ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੁਕੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਨ ਕੀਤੀ ਸੋ ਮੰਨਣਾ, ਕੋਸਲ ਨਿਵਾਹੇ ਜਿਵਾਹੇ ਸਾਲੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੈ ਦਲਾਲੀ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੇ ਸਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਆਪ ਸੰਗਤਾਂ ਨੇ ਗੁਰਬਾਣੀ ਕੀਰਤਨ ਦੇ ਸ਼ਬਦ ਸਰਵਣ ਕਰਦਿਆਂ ਹੋਇਆਂ ਆਨੰਦ ਪ੍ਰਾਪਤ ਕੀਤੇ ਹਨ। ਇਸ ਵੇਲੇ ਸਤਿਗੁਰੂ ਕਿਰਪਾ ਕਰਕੇ ਗੁਰਬਾਣੀ ਦੀ ਵਿਚਾਰ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕਰ ਰਹੇ ਨੇ। ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੇ ਸਾਲੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਬਾਣੀ ਲਿਖਵਾ ਰਹੇ ਨੇ। ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕੀਤੇ ਸਨ। ਭਾਈ ਸੱਤਾ ਜੀ, ਭਾਈ ਬਲਵੰਡਾ ਜੀ,
ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਕੀਰਤਨ ਦੀ ਸੇਵਾ ਕਰਦੇ। ਇੱਕ ਵੇਲੇ ਮਨ ਵਿੱਚ ਲੋਭ ਆਉਣ ਕਰਕੇ ਮਹਾਰਾਜ ਤੋਂ ਬੇਮੁਖ ਹੋ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਇਹਨਾਂ ਨੇ ਮਹਾਰਾਜ ਦੀ ਸ਼ਾਨ ਦੇ ਖਿਲਾਫ ਕੁਝ ਬਚਨ ਕਹਿ ਦਿੱਤੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਤੁਸੀਂ ਫਿਟਕ ਗਏ ਹੋ ਜੋ ਐਸੇ ਬਚਨ ਕਹੇ ਹਨ। ਸਤਿਗੁਰਾਂ ਦੇ ਮੁਖੋਂ ਬਚਨ ਨਿਕਲਣ ਕਰਕੇ ਕੋੜ ਦਾ ਰੋਗ ਇਹਨਾਂ ਨੂੰ ਹੋਇਆ। ਲਾਹੌਰ ਦੇ ਵਿੱਚ ਰਹਿਣ ਵਾਲੇ ਭਾਈ ਲੱਦਾ ਜੀ ਉਹਨਾਂ ਦੇ ਕੋਲ ਜਾ ਕੇ ਸਤਿਗੁਰਾਂ ਦੇ ਕੋਲ ਬਖਸ਼ਾਉਣ ਵਾਸਤੇ ਲੈ ਕੇ ਆਏ। ਮਹਾਰਾਜ ਕਹਿਣ ਲੱਗੇ, ਭਾਈ ਇਹ ਕੋੜ ਦਾ ਰੋਗ ਤੇ ਜਿਹੜੇ ਗਲੇ ਤੁਹਾਡੇ ਪੱਕੇ ਹੋਏ ਨੇ ਠੀਕ ਤਾਂ ਹੋਣਗੇ ਸਤਿਗੁਰਾਂ ਦੀ ਵਡਿਆਈ ਕਰੋ। ਇਹ ਭਾਈ ਸੱਤਾ ਤੇ ਬਲਵੰਡਾ ਜਿਹੜੇ ਨੇ ਇਹ ਗੁਰੂ ਪਾਤਸ਼ਾਹ ਦੀ ਵਡਿਆਈ ਕਰ ਰਹੇ ਨੇ। 8 ਪੌੜੀਆਂ ਦੀ ਇਹ ਵਾਰ ਹੈ। ਇਹਦੇ ਵਿੱਚ ਸ਼ਲੋਕ ਤੇ ਮਹੱਲੇ ਨਹੀਂ ਹਨ, ਕੇਵਲ ਪੌੜੀਆਂ ਹੀ ਹਨ। ਪਹਿਲੀਆਂ 4 ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਿਫਤ ਹੈ, ਵਡਿਆਈ ਹੈ। 2 ਪੌੜੀਆਂ ਆਪਾਂ ਸਰਵਨ ਕਰ ਲਈਆਂ ਨੇ। ਅੱਜ ਤੀਜੀ ਪੌੜੀ ਵਿੱਚ ਦਾਤ ਬਖਸ਼ਿਸ਼ ਕਰਦੇ ਹਨ। ਜਿਨ ਕੀਤੀ ਸੋ ਮੰਨਣਾ। ਸਤਿਗੁਰੂ ਬਖਸ਼ਿਸ਼ ਕਰਦੇ ਜਿਨ ਕੀਤੀ। ਜਿਸ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਜਿਹੜੀ ਗੁਰਤਾ ਗੱਦੀ ਦੇਣਾ ਕੀਤੀ ਹੈ, ਗੁਰਤਾ ਗੱਦੀ ਆਪ ਦਿੱਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ। ਕਹਿਣ ਲੱਗੇ, ਜਿਨ ਕੀਤੀ, ਜਿਸ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦੇਣਾ ਕੀਤੀ ਹੈ ਸੋ ਮੰਨਣਾ। ਉਹ ਜਿਹੜੇ ਭਾਈ ਲਹਿਣਾ ਜੀ ਨੇ ਨਾ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਹੀ ਮੰਨਣਾ ਕਰੋ, ਫਰਕ ਕੋਈ ਨਹੀਂ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਗੁਰਤਾ ਗੱਦੀ ਦਿੱਤੀ, ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾਇਆ ਹੈ, ਸੋ ਮੰਨਣਾ। ਇਸ ਕਰਕੇ ਉਸ ਭਾਈ ਲਹਿਣਾ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜਾਣ ਕੇ ਗੁਰੂ ਨਾਨਕ ਮਹਾਰਾਜ ਦਾ ਰੂਪ ਹੀ ਮੰਨਣਾ ਕਰੋ ਵੀ ਇਹ ਗੁਰੂ ਨਾਨਕ ਸਾਹਿਬ ਹੀ ਹਨ। ਜੋਤ ਸਾਏ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਵਾਲੀ, ਜੁਗਤੀ ਵੀ ਉਹੀ ਹੈ, ਕੇਵਲ ਸਰੀਰ ਰੂਪੀ ਕੱਪੜਾ ਹੀ ਬਦਲਿਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੀ। ਇਹ ਭਾਈ ਸੱਤਾ ਤੇ ਬਲਵੰਡਾ ਕਹਿ ਰਹੇ ਨੇ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਹੈ, ਉਹੀ ਰੂਪ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਭਾਈ ਜੰਦਨਾ ਕਰੋ। ਕੋਸਾਲ ਜਵਾਹੇ ਸਾਲੀ। ਜਵਾਹੇ ਤੋਂ ਭਾਵ ਜਿਹੜੇ ਗੁਰੂ ਸਾਹਿਬ ਜੀ ਦੇ ਸਾਲੀ ਕਹੀਏ ਅਨੁਸਾਰ ਹਨ। ਤੇ ਇਸੇ ਤਰ੍ਹਾਂ ਕੋਸਾਲ ਤੋਂ ਭਾਵ ਹੈ ਜਿਹੜੇ ਬੇਅਨੁਸਾਰ ਹਨ, ਜਿਹੜੇ ਮਹਾਰਾਜ ਦੇ ਹੁਕਮ ਵਿੱਚ ਹੈ ਹੀ ਨਹੀਂ। ਗੁਰਮੁਖ ਅੱਜ ਵੀ ਤੇ ਇਸੇ ਤਰ੍ਹਾਂ ਹੀ ਹੈ ਨਾ। ਕੁਝ ਐਸੇ ਸਿੱਖ ਨੇ ਨੇਮੀ ਪ੍ਰੇਮੀ ਜਿਹੜੇ ਬਚਨ ਮੰਨਦੇ, ਤੇ ਕੁਝ ਐਸੇ ਵੀ ਨੇ ਜਿਹੜੇ ਤਰਕ ਕੁਤਰਕ ਵੀ ਕਰਦੇ। ਔਰ ਇਹ ਅੱਜ ਨਹੀਂ ਹੈ, ਇਹ ਗੁਰੂ ਸਾਹਿਬ ਦੇ ਸਮੇਂ ਵੀ ਇਸੇ ਤਰ੍ਹਾਂ। ਕੁਝ ਸਿੱਖ ਐਸੇ ਸਨ ਜਿਹੜੇ ਬਚਨਾਂ ਦੇ ਸ਼ਰਧਾ ਰੱਖ ਕੇ ਮੰਨਦੇ, ਕੁਝ ਐਸੇ ਸਨ ਜਿਹੜੇ ਅਸ਼ਰਧਕ ਵੀ ਹੋਇਆ ਕਰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਵਾਹੇ ਜਿਸ ਤਰ੍ਹਾਂ ਦੇ ਨਾਲ ਸਾਲੀ ਕਹੀਏ ਹੁਕਮ ਵਿੱਚ ਰਹਿਣ ਵਾਲੇ, ਸਿੱਖ ਅਨੁਸਾਰ ਚੱਲਣ ਵਾਲੇ, ਤੇ ਇਸੇ ਤਰ੍ਹਾਂ ਕੁਸਾਲ ਜਿਹੜੇ ਨਹੀਂ ਹੁਕਮ ਵਿੱਚ ਚੱਲਣ ਵਾਲੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਹੁਕਮ ਦੇ ਵਿੱਚ ਨਹੀਂ, ਅਨੁਸਾਰੀ ਨਹੀਂ ਹਨ। ਸਤਿਗੁਰੂ ਫਰਮਾਉਂਦੇ ਹਨ, ਕੋਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰੂ ਕਹਿਣ ਲੱਗੇ, ਜਿਹੜਾ ਧਰਮ ਰਾਜਾ ਹੈ ਨਾ ਭਾਈ, ਉਹ ਦੇਵਤਾ ਹੈ। ਜਿਹੜੇ ਦੇਵਤੇ ਨੇ ਉਹਨਾਂ ਵਿੱਚੋਂ ਇੱਕ ਧਰਮ ਰਾਜਾ ਹੈ। ਲੈ ਗੱਲਾਂ ਕਰੇ, ਦੋਹਾਂ ਦੀਆਂ ਗੱਲਾਂ ਸੁਣਦਾ, ਚਤਰ ਤੇ ਗੁਪਤ ਦੀਆਂ। ਕਿੰਨੇ ਮਾੜੇ ਕੰਮ ਕੀਤੇ, ਕਿੰਨੇ ਚੰਗੇ ਕੀਤੇ, ਕਿੰਨੇ ਪੁੰਨ ਕੀਤੇ, ਕਿੰਨੇ ਪਾਪ ਕੀਤੇ, ਸਾਰੀਆਂ ਗੱਲਾਂ ਸੁਣ ਕੇ ਕਰੇ ਦਲਾਲੀ। ਦਲਾਲੀ ਤੋਂ ਭਾਵ ਫਿਰ ਇਨਸਾਫ ਕਰਦਾ। ਧਰਮ ਰਾਜਾ ਫਿਰ ਇਨਸਾਫ ਕਰਦਾ ਵੀ ਠੀਕ ਹੈ, ਇਸ ਬੰਦੇ ਨੇ ਇੰਨੇ ਪਾਪ ਕੀਤੇ ਨੇ, ਇਹਨੂੰ ਇਹ ਸਜ਼ਾ ਦੇ ਦਿਓ, ਇਹ ਬੰਦੇ ਨੇ ਇੰਨੇ ਪੁੰਨ ਕੀਤੇ, ਇਹਨੂੰ ਇਹ ਸੁੱਖ ਦੇ ਦਿਓ। ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਹੈ, ਪਾਪ ਜਾਂ ਪੁੰਨ ਦੇ, ਉਸ ਮੁਤਾਬਕ ਉਸ ਨੂੰ ਫਿਰ ਸੁੱਖ ਮਿਲਦਾ ਹੈ ਜਾਂ ਦੁੱਖ ਮਿਲਦਾ ਹੈ।
ਫਿਰ ਮਹਾਰਾਜ ਫਰਮਾਉਂਦੇ ਹਨ, ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਜਿਸ ਤਰ੍ਹਾਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਨਿਮਰਤਾ ਵਿੱਚ ਰਹਿ ਕੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਹੁਕਮ ਮੰਨਣ ਰੂਪੀ ਜਿਹੜੀ ਹੈ ਕਮਾਈ ਕੀਤੀ ਹੈ, ਤੇ ਪਾਤਸ਼ਾਹ ਕਹਿਣ ਲੱਗੇ, ਜਿਨ ਕੀਤੀ ਸੋ ਮੰਨਣਾ। ਜਿਸ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਹੁਕਮ ਦੇ ਵਿੱਚ ਰਹਿ ਕੇ ਕਮਾਈ ਕੀਤੀ ਹੈ, ਹੁਕਮ ਨੂੰ ਮੰਨਿਆ ਹੈ। ਹੁਕਮ ਮੰਨਣਾ ਸੌਖਾ ਥੋੜ੍ਹੀ ਹੈ। ਮਹਾਰਾਜ ਜੀ ਨੇ ਬਚਨ ਆਖਿਆ ਨਾ, ਮੁਰਦਾ ਖਾਓ ਭਾਈ, ਇਹ ਹੁਕਮ ਮੰਨਣਾ ਸੌਖਾ ਨਹੀਂ ਹੈ, ਪਰ ਇਹ ਹੁਕਮ ਮੰਨਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੁਕਮ ਮੰਨਣ ਦੀ ਇਹ ਜਿਹੜੀ ਘਾਲ ਹੈ ਨਾ, ਇਹ ਮਹਾਰਾਜ ਨੇ ਘਾਲੀ ਹੈ। ਗੁਰੂ ਅੰਗਦ ਦੇ ਪਾਤਸ਼ਾਹ ਨੇ ਕਮਾਈ ਕੀਤੀ ਹੈ, ਸੋ ਮੰਨਣਾ। ਇਸ ਕਰਕੇ ਉਹ ਮੰਨਣ ਯੋਗ ਹੋ ਗਏ। ਗੁਰੂ ਅੰਗਦ ਸਾਹਿਬ ਜੀ ਨੂੰ ਕਿਉਂ ਮੱਥਾ ਟੇਕਦੇ ਪਏ? ਉਹ ਤਾਂ ਟੇਕਦੇ ਪਏ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਮੰਨਣ ਰੂਪੀ ਕਮਾਈ ਕੀਤੀ ਹੈ। ਸਭ ਤੋਂ ਵੱਡੀ ਗੱਲ ਹੈ ਬਚਨ ਮੰਨਣਾ। ਜਿਨ੍ਹਾਂ ਨੇ ਬਚਨ ਮੰਨਿਆ ਹੈ, ਸਫਲੇ ਉਹ ਹੋਏ ਨੇ। ਜਿਨ੍ਹਾਂ ਨੇ ਨਹੀਂ ਮੰਨਿਆ ਉਹ ਅਸਫਲ ਹੋ ਗਏ, ਕਾਮਯਾਬ ਨਹੀਂ ਹੋਏ। ਇਸ ਕਰਕੇ ਬਚਨ ਮਹਾਰਾਜ ਜੀਆਂ ਦਾ ਜਿਨ ਕੀਤੀ, ਜਿਸ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਨੇ ਹੁਕਮ ਮੰਨਣ ਰੂਪੀ ਸੇਵਾ ਕੀਤੀ ਹੈ, ਤੇ ਫਿਰ ਉਹ ਗੁਰੂ ਅੰਗਦ ਸਾਹਿਬ ਜੀ ਖੁਦ ਮੰਨਣ ਯੋਗ ਹੋ ਗਏ। ਦੁਨੀਆ ਮੱਥਾ ਟੇਕਦੀ ਪਈ ਹੈ, ਨਮਸਕਾਰਾਂ ਕਰਦੀ ਪਈ ਹੈ, ਤੇ ਪਾਤਸ਼ਾਹ ਫਰਮਾਉਂਦੇ ਹਨ, ਧਰਮ ਰਾਏ ਹੈ ਦੇਵਤਾ, ਉਹ ਸਾਲ ਜਿਵਾਹੇ ਸਾਲੀ। ਸਤਿਗੁਰੂ ਕਹਿਣ ਲੱਗੇ, ਭਾਈ ਹੁਣ ਇਹ ਵੇਖਣਾ ਹੈ ਦੋਨਾਂ ਵਿੱਚੋਂ ਸ੍ਰੇਸ਼ਟ ਕੌਣ ਹੈ। ਦੋਨਾਂ ਕਿਹੜਿਆਂ ਵਿੱਚੋਂ? ਜਿਹੜੇ ਹੁਕਮ ਦੇ ਵਿੱਚ ਰਹਿਣ ਵਾਲੇ, ਜਿਹੜੇ ਬੇਹੁਕਮ ਵਿੱਚ ਰਹਿਣ ਵਾਲੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਉਹਨਾਂ ਦੋਹਾਂ ਵਿੱਚੋਂ ਸ੍ਰੇਸ਼ਟ ਹੈ ਜਿਵਾਹੇ ਤੋਂ ਭਾਵ ਹੈ ਜਿਵੇਂ ਜਵਾਏ ਦਾ ਬੂਟਾ ਹੁੰਦਾ, ਅਤੇ ਇਸੇ ਤਰ੍ਹਾਂ ਕੁਸਾਲ ਤੋਂ ਭਾਵ ਹੈ ਗੁਰਮੁਖੋ ਜਿਸ ਤਰ੍ਹਾਂ ਮੂੰਜੀ ਦਾ ਬੂਟਾ, ਧਾਨ ਦਾ ਬੂਟਾ ਹੁੰਦਾ ਹੈ। ਹੁਣ ਜਵਾਹੇ ਦੇ ਵਿੱਚੋਂ ਤੇ ਧਾਨ ਦੇ ਵਿੱਚੋਂ ਚੰਗਾ ਬੂਟਾ ਕਿਹੜਾ ਮੰਨਿਆ ਜਾਏਗਾ? ਚੰਗਾ ਬੂਟਾ ਧਾਨ ਦਾ ਹੀ ਮੰਨਿਆ ਜਾਂਦਾ ਹੈ। ਕਿਉਂ? ਕਿਉਂਕਿ ਧਾਨ ਜਿਹੜਾ ਝੋਨਾ ਨੀਵੀਂ ਥਾਂ 'ਤੇ ਹੁੰਦਾ, ਕਿਉਂਕਿ ਉਹਨੂੰ ਪਾਣੀ ਦੀ ਲੋੜ ਹੈ, ਪਾਣੀ ਨੀਵੀਂ ਥਾਂ 'ਤੇ ਹੈ। ਧਾਨ ਵੀ ਨੀਵੀਂ ਥਾਂ 'ਤੇ ਹੋਇਆ, ਜਵਾਇਆ ਉੱਚੀ ਥਾਂ 'ਤੇ ਹੁੰਦਾ ਜਿੱਥੇ ਖੁਸ਼ਕ ਥਾਂ ਰਵੇ। ਜੇ ਮੀਂਹ ਪਵੇ ਵੀ ਤੇ ਪਾਣੀ ਰਿੜ ਕੇ ਚਲਾ ਜਾਵੇ, ਮੇਰੇ ਕੋਲ ਪਾਣੀ ਰਵੇ ਨਾ। ਜਵਾਏ ਨੂੰ ਪਾਣੀ ਪਸੰਦ ਨਹੀਂ ਹੈ, ਪਾਣੀ ਦੇ ਨਾਲ ਜਵਾਇਆ ਮਰ ਜਾਂਦਾ ਹੈ, ਪਰ ਮੂੰਜੀ ਜਿਹੜੀ ਉਹ ਖਿੜ ਜਾਂਦੀ ਹੈ। ਸਤਿਗੁਰੂ ਇੱਕ ਉਦਾਹਰਨ ਦਿੰਦੇ ਪਏ, ਕਹਿਣ ਲੱਗੇ, ਭਾਈ ਜਿਹੜੇ ਜਵਾਏ ਦੇ ਵਾਂਗ ਜਿਹੜੇ ਹੰਕਾਰੀ ਨੇ, ਆਪਣੇ ਆਪ ਨੂੰ ਉੱਚਾ ਸਮਝਦੇ, ਟੋਏ ਟਿੱਬੇ ਲਾਹੇ। ਫਰੀਦ ਸਾਹਿਬ ਜੀ ਦਾ ਬਚਨ ਹੀ ਹੈ ਨਾ, ਟੋਏ ਟਿੱਬੇ ਹੰਕਾਰ ਦੇ ਬੰਦਿਆਂ ਦੂਰ ਕਰਦੇ। ਸਤਿਗੁਰੂ ਕਹਿਣ ਲੱਗੇ, ਜਿਹੜੇ ਲੋਕ ਜਵਾਹੇ ਦੇ ਵਾਂਗ ਆਪਣੇ ਆਪ ਨੂੰ ਉੱਚਾ ਸਮਝਦੇ, ਵੱਡਾ ਸਮਝਦੇ, ਉਹ ਨੇ ਹੁਕਮ ਵਿੱਚ ਨਹੀਂ ਰਹਿਣ ਵਾਲੇ, ਉਹਨੇ ਬੇਹੁਕਮੀਏ, ਜਿਹੜੇ ਮਰਿਆਦਾ ਵਿੱਚ ਨਹੀਂ ਰਹਿੰਦੇ। ਤੇ ਦੂਸਰੇ ਪਾਸੇ ਸਾਲੀ, ਸਾਲੀ ਨਾਮ ਹੈ ਮੂੰਜੀ ਦਾ। ਮੂੰਜੀ ਤੋਂ ਗੁਣ ਲੈ ਲੈਣਾ ਹੈ ਨੀਵਾਂ, ਕਿਉਂਕਿ ਨੀਵੀਂ ਥਾਂ 'ਤੇ ਜਿਹੜੇ ਨਿਮਰਤਾ ਦੇ ਵਿੱਚ ਰਹੇ, ਉਹ ਮਹਾਰਾਜ ਨੂੰ ਭਾਗ ਹੈ, ਉਹ ਹੁਕਮ ਦੇ ਵਿੱਚ ਨੇ। ਇਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ, ਜਿਨ ਕੀਤੀ ਸੋ ਮੰਨਣਾ। ਜਿਸ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੇਵਾ ਕੀਤੀ ਹੈ, ਸੋ ਮੰਨਣਾ। ਉਹ ਮੰਨਣ ਯੋਗ ਹੋ ਗਏ, ਮੱਥਾ ਟੇਕਣ ਯੋਗ ਹੋ ਗਏ। ਤੇ ਮਹਾਰਾਜ ਫਰਮਾਉਂਦੇ ਹਨ, ਕੋਸਾਲ ਜਵਾਹੇ ਸਾਲੀ। ਇਸ ਤਰ੍ਹਾਂ ਗੁਰਮੁਖੋ ਕਿ ਜਿਸ ਤਰ੍ਹਾਂ ਡੀਲੇ, ਜਿਸ ਤਰ੍ਹਾਂ ਜਵਾਹੇ ਅਤੇ ਮੂੰਜੀ ਦੇ ਵਿੱਚੋਂ ਚੰਗਾ ਕੌਣ ਤੇ ਮਾੜਾ ਕੌਣ ਹੈ, ਫਿਰ ਉੱਥੇ ਕਿਹਾ ਜਾਵੇਗਾ ਵੀ ਮੂੰਜੀ ਜਿਹੜਾ ਧਾਨ ਉਹ ਚੰਗਾ ਹੈ ਤੇ ਜਵਾਇਆ ਮਾੜਾ ਹੈ। ਕਿਸੇ ਨੇ ਪੁੱਛਿਆ ਕਿਉਂ? ਕਹਿੰਦੇ ਉੱਚੀ ਥਾਂ 'ਤੇ ਹੈ, ਹੰਕਾਰ ਹੈ, ਇਸ ਕਰਕੇ ਉਸ ਨੂੰ ਮਾੜਾ ਹੀ ਗਿਣਿਆ ਹੈ। ਮੂੰਜੀ ਨੀਵੇਂ ਥਾਂ 'ਤੇ ਹੈ, ਉਸ ਨੂੰ ਚੰਗਾ ਤੇ ਲਾਭਦਾਇਕ ਗਿਣਿਆ ਹੈ। ਜਿਹੜੇ ਹੰਕਾਰ ਕਰਕੇ ਉੱਚੇ ਹੋਏ ਨੇ ਉਹ ਖਾਲੀ ਰਹਿ ਗਏ, ਜਿਹੜੇ ਮਨ ਕਰਕੇ ਨੀਵੇਂ ਹੋਏ ਉਹ ਭਰ ਗਏ, ਉਹਨਾਂ ਦੇ ਉੱਪਰ ਬਖਸ਼ਿਸ਼ਾਂ ਹੋਈਆਂ। ਐਸੀ ਦਾਤ ਜਿਹੜੀ ਹੈ ਉਹ ਸਤਿਗੁਰਾਂ ਨੇ ਬਖਸ਼ੀ ਹੈ।
ਫਿਰ ਮਹਾਰਾਜ ਫਰਮਾਉਂਦੇ ਹਨ, ਜਿਨ ਕੀਤੀ ਸੋ ਮੰਨਣਾ। ਜਿਸ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਹੁਕਮ ਮੰਨਣ ਦੀ ਸੇਵਾ ਕੀਤੀ ਉਹ ਮੰਨਣ ਯੋਗ ਹਨ। ਕੋ ਸਾਲ ਜਵਾਹੇ ਸਾਲੀ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਦੇ ਨੇ ਜਿਹੜੇ ਹੁਕਮ ਦੇ ਵਿੱਚ ਰਹਿਣ ਵਾਲਿਆਂ ਨੂੰ ਤਾਰ ਦਿੰਦੇ ਨੇ ਤੇ ਬੇਹੁਕਮੀਏ ਜਿਹੜੇ ਉਹ ਸੰਸਾਰ ਵਿੱਚ ਹੀ ਤੁਰੇ ਫਿਰਦੇ ਹਨ। ਧਰਮ ਰਾਏ ਹੈ ਦੇਵਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਧਰਮਰਾਜ, ਧਰਮ ਦੇ ਦੇਵਤੇ ਹਨ। ਧਰਮ ਨੂੰ ਬਿਠਾਉਣ ਵਾਲੇ, ਧਰਮ ਨੂੰ ਟਿਕਾਉਣ ਵਾਲੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ। ਧਰਮ ਰਾਏ ਹੈ ਦੇਵਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਧਰਮ ਦੇ ਰਾਜੇ ਹਨ। ਉਹਨਾਂ ਵਰਗਾ ਕੋਈ ਦੂਜਾ ਹੋਰ ਧਰਮ ਦਾ ਰਾਜਾ ਨਹੀਂ ਹੈ। ਲੈ ਗੱਲਾਂ ਕਰੇ ਦਲਾਲੀ। ਧਰਮ ਦੇ ਦੇਵਤੇ ਹੋਣ ਕਰਕੇ ਮਹਾਰਾਜ ਸਾਹਿਬ ਜੀ ਸਿੱਖਾਂ ਦੀਆਂ ਗੱਲਾਂ ਸੁਣ ਕੇ ਪਰਮੇਸ਼ਰ ਨਾਲ ਮਿਲਾਉਣ ਦੀ ਦਲਾਲੀ ਕਰਦੇ। ਸਿੱਖਾਂ ਦੀਆਂ ਗੱਲਾਂ ਸੁਣ ਕੇ ਨਾ, ਬੇਨਤੀਆਂ ਸੁਣ ਕੇ, ਤੇ ਫਿਰ ਸਿੱਖਾਂ ਨੂੰ ਪਰਮਾਤਮਾ ਨਾਲ ਮਿਲਾਉਣ ਦੀ ਗੱਲ ਕਰਦੇ ਨੇ। ਆਪਾਂ ਆਉਂਦੇ ਨਾ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ, ਇੱਥੇ ਆ ਕੇ ਫਰਿਆਦਾਂ ਕਰੀਦੀਆਂ ਨੇ, ਮੱਥਾ ਟੇਕੀਦਾ, ਦਾਤ ਮੰਗੀਦੀ ਹੈ। ਕੁਝ ਗੁਰੂ ਕੇ ਸਿੱਖ ਮੁਕਤੀ ਮੰਗਦੇ, ਕੁਝ ਗੁਰੂ ਕੇ ਸਿੱਖ ਅੰਮ੍ਰਿਤ ਵੇਲਾ ਮੰਗਦੇ, ਕੋਈ ਗੁਰੂ ਕੇ ਸਿੱਖ ਨਾਮ ਦੀ ਦਾਤ ਮੰਗਦੇ, ਕੋਈ ਸਤ ਸੰਗਤ ਮੰਗਦਾ ਹੈ। ਇਹ ਗੱਲਾਂ ਸਿੱਖਾਂ ਦੀਆਂ ਲੈ ਕੇ ਸੁਣ ਕੇ ਤੇ ਕਰੇ ਦਲਾਲੀ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਸਾਡੇ ਵਿਚੋਲੇ ਬਣ ਜਾਂਦੇ। ਵਿਚੋਲੇ ਬਣ ਕੇ ਫਿਰ ਸਾਡੀ ਗੱਲ ਪਰਮਾਤਮਾ ਦੀ ਦਰਗਾਹ ਤੱਕ ਲੈ ਕੇ ਜਾਂਦੇ ਆ। ਪਰਮਾਤਮਾ ਇਹ ਦਰ 'ਤੇ ਆਇਆ ਹੈ, ਇਹਦੇ ਉੱਪਰ ਕਿਰਪਾ ਕਰ ਦਿਓ। ਇਹ ਅੰਮ੍ਰਿਤ ਵੇਲਾ ਮੰਗਦਾ ਪਿਆ, ਇਹਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕਰ ਦਿਓ। ਇਹ ਨਾਮ ਮੰਗਦਾ ਪਿਆ, ਇਸ ਨੂੰ ਨਾਮ ਦੇ ਦਿਓ। ਇਹ ਸਤ ਸੰਗਤ ਮੰਗਦਾ, ਇਸ ਨੂੰ ਸਤ ਸੰਗਤ ਦੇ ਦਿਓ। ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਧਰਮ ਦੇ ਦੇਵਤੇ ਹਨ, ਧਰਮ ਨੂੰ ਦੇਣ ਵਾਲੇ। ਜਿਹੜਾ ਉਹਨਾਂ ਦੇ ਕੋਲ ਆ ਕੇ ਫਰਿਆਦਾਂ ਕਰਦਾ ਹੈ, ਲੈ ਗੱਲਾਂ, ਸਿੱਖਾਂ ਦੀਆਂ ਗੱਲਾਂ ਸੁਣ ਕੇ, ਫਰਿਆਦਾਂ ਸੁਣ ਕੇ ਕਰੇ ਦਲਾਲੀ, ਫਿਰ ਵਿੱਚ ਵਿਚੋਲਪੁਣਾ ਕਰਕੇ ਸਿੱਖ ਨੂੰ ਪਰਮੇਸ਼ਰ ਨਾਲ ਜੋੜ ਦਿੰਦੇ, ਮਿਲਾ ਦਿੰਦੇ ਹਨ। ਸਤਿਗੁਰ ਆਖੈ ਸੱਚਾ ਕਰੇ। ਸਤਿਗੁਰੂ ਪਾਤਸ਼ਾਹ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਨਾ ਬਚਨ ਵੀ ਆਹ ਕਾਰਜ ਕਰਨਾ ਹੈ, ਸੱਚਾ ਕਰੇ, ਉਸ ਨੂੰ ਧਰਮ ਦਾ ਰਾਜਾ ਸੱਚਾ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੋਂ ਬਚਨ ਨਿਕਲੇ ਤੇ ਉਸ ਬਚਨ ਨੂੰ ਫਿਰ ਧਰਮ ਦਾ ਰਾਜਾ ਜੋ ਸੱਚਾ ਕਰਦਾ ਹੈ। ਸਾ ਬਾਤ ਹੋਵੇ ਦਰਹਾਲੀ। ਉਹ ਜਿਹੜੀ ਬਾਤ ਹੈ ਨਾ, ਗੱਲ, ਉਹ ਦਰਹਾਲੀ ਕਹੀਏ ਬੜੀ ਛੇਤੀ ਪੂਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬਚਨ ਕਰ ਦੇਣ ਵੀ ਆਹ ਕਾਰਜ ਹੋਣਾ ਹੈ, ਧਰਮ ਰਾਜੇ ਦੀ ਕੀ ਹਕੂਮਤ ਹੈ ਜਾਂ ਕੀ ਜ਼ੋਰ ਹੈ ਵੀ ਗੁਰੂ ਨਾਨਕ ਸਾਹਿਬ ਦਾ ਬਚਨ ਨਾ ਮੰਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਤੇ ਬੜੇ ਵੱਡੇ ਨੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਜਪਿਆ ਉਹਨਾਂ ਦੇ ਬਚਨ ਹੀ ਬੜੇ ਵੱਡੇ, ਬੜੇ ਕਮਾਈ ਵਾਲੇ। ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀਆਂ ਦਾ ਇੱਕ ਸੇਵਕ ਰਹਿੰਦਾ ਹੈ। ਬਾਣੀ ਪੜ੍ਹਨੀ ਹਰ ਵੇਲੇ, ਸਿਮਰਨ ਕਰਦੇ ਰਹਿਣਾ। ਤੇ ਗੁਰਮੁਖੋ ਇਸੇ ਨਗਰ ਦੇ ਵਿੱਚ ਇੱਕ ਚੌਧਰੀ ਰਹਿੰਦਾ ਹੈ ਖਡੂਰ ਸਾਹਿਬ ਦੇ ਵਿੱਚ, ਬੜਾ ਮਾਇਆ ਧਾਰੀ ਹੈ। ਜਦੋਂ ਵਿਅਕਤੀ ਕੋਲ ਮਾਇਆ ਆ ਜਾਂਦੀ ਹੈ ਨਾ, ਫਿਰ ਉਹਦਾ ਬੋਲ ਚਾਲ ਥੋੜ੍ਹਾ ਠੀਕ ਨਹੀਂ ਰਹਿੰਦਾ। ਹੰਕਾਰ ਵਾਲੇ ਬਚਨ ਉਹਦੇ ਵਿੱਚ ਆ ਜਾਂਦੇ, ਆਕੜ ਵਾਲੇ। ਇਹ ਜਿਹੜਾ ਚੌਧਰੀ ਹੈ ਨਾ, ਸਾਰਿਆਂ ਨੂੰ ਤੂੰ ਤੜਾਕ ਨਾਲ ਹੀ ਬੋਲਦਾ, ਮਾੜਾ ਹੀ ਬੋਲਦਾ। ਪਰ ਜਦੋਂ ਇਹ ਮਹਾਰਾਜ ਦਾ ਸਿੱਖ ਲੰਘਦਾ ਨਾ, ਨਾਮ ਹੈ ਸਿੱਖ ਦਾ ਭਾਈ ਜੱਲਨ ਜੱਟ, ਜਦੋਂ ਇਹ ਲੰਘਦਾ ਗਲੀ ਦੇ ਵਿੱਚੋਂ ਤੇ ਉਹ ਜਿਹੜਾ ਚੌਧਰੀ ਹੈ ਨਾ, ਆਪਣੀ ਦੁਕਾਨ ਵਿੱਚ ਉੱਠ ਕੇ ਖੜਾ ਹੋ ਜਾਂਦਾ ਤੇ ਸਿੱਖ ਨੂੰ ਨਮਸਕਾਰ ਕਰਦਾ, ਜੀ ਆਇਆਂ ਵੀ ਕਹਿੰਦਾ। ਸਾਰਾ ਨਗਰ ਹੈਰਾਨ ਹੈ ਵੀ ਸਾਰੇ ਪਿੰਡ ਨੂੰ ਤੇ ਮਾੜਾ ਬੋਲਦਾ। ਜਦੋਂ ਇਹ ਸਿੱਖ ਲੰਘਦਾ ਉਦੋਂ ਇਹ ਸਤਿਕਾਰ ਕਰਦਾ, ਉੱਠ ਕੇ ਵੀ ਖੜਾ ਹੋ ਜਾਂਦਾ, ਜੀ ਆਇਆਂ ਵੀ ਕਹਿੰਦਾ, ਜਲ ਪਾਣੀ ਵੀ ਪੁੱਛਦਾ। ਕਿਸੇ ਨੇ ਚੌਧਰੀ ਨੂੰ ਪੁੱਛ ਲਿਆ, ਕਹਿਣ ਲੱਗਾ ਵੀ ਚੌਧਰੀ ਸ਼ਾਹੂਕਾਰ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ? ਕਹਿਣ ਲੱਗਾ ਵੀ ਇਹ ਗੁਰੂ ਦਾ ਸਿੱਖ ਹੈ, ਇਹ ਨਾਮ ਜਪਣ ਵਾਲਾ ਹੈ, ਮੈਂ ਇਹਦਾ ਸਤਿਕਾਰ ਕਰਦਾ। ਗੁਰਮੁਖੋ ਸਮਾਂ ਲੰਘ ਗਿਆ। ਭਾਈ ਜੱਲਣ ਜੱਟ ਜੀ ਜਿਹੜੇ ਤ੍ਰਿਕਾਲਦਰਸ਼ੀ ਸਨ, ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਜਾਣ ਲਿਆ ਵੀ ਇਹ ਸ਼ਾਹੂਕਾਰ ਦੀ ਜ਼ਿੰਦਗੀ ਜਿਹੜੀ ਹੈ ਨਾ, ਕੋਈ ਦਿਨਾਂ ਦੀ ਰਹਿ ਗਈ, ਵੀ ਇਹਨੇ ਮਰ ਜਾਣਾ। ਤੇ ਉਹਨਾਂ ਨੂੰ ਇਹ ਵੀ ਪਤਾ ਵੀ ਮੇਰੀ ਘਰਵਾਲੀ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਕੋਈ ਦਿਨਾਂ ਦੀ ਰਹਿ ਗਈ ਹੈ ਤੇ ਸਰੀਰ ਇਹਨੇ ਵੀ ਛੱਡ ਜਾਣਾ ਹੈ। ਤੇ ਭਾਈ ਜੱਲਣ ਜੱਟ ਜੀ ਆਪਣੀ ਪਤਨੀ ਨੂੰ ਕਹਿਣ ਲੱਗੇ, ਕਹਿੰਦੇ ਜਦੋਂ ਤੁਸੀਂ ਸਰੀਰ ਛੱਡ ਕੇ ਦਰਗਾਹ ਵਿੱਚ ਜਾਓਗੇ ਨਾ, ਤੇ ਇੱਕ ਵਾਰੀ ਧਰਮ ਰਾਜੇ ਦੇ ਕੋਲ ਹੋ ਕੇ ਜਾਇਓ ਤੇ ਕਹਿ ਦਿਓ ਵੀ ਉਹ ਜਿਹੜਾ ਚੌਧਰੀ ਹੈ ਨਾ, ਸ਼ਾਹੂਕਾਰ, ਇਹ ਜੱਲਣ ਜੱਟ ਜੀ ਨੂੰ ਨਮਸਕਾਰ ਕਰਦਾ ਹੈ, ਸਤਿਕਾਰ ਕਰਦਾ ਹੈ, ਤੇ ਇਹਦਾ ਲੇਖਾ ਨਹੀਂ ਹੋਣਾ ਚਾਹੀਦਾ। ਇਹ ਸਾਡਾ ਸੁਨੇਹਾ ਲਾ ਦਿਓ ਜਾ ਕੇ। 'ਤੇ 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 'ਤੇ
ਉਹ ਕਹਿਣ ਲੱਗੇ ਠੀਕ ਹੈ। ਜਦੋਂ ਭਾਈ ਜੱਲਣ ਜੱਟ ਦੀ ਘਰਵਾਲੀ ਨੇ ਸਰੀਰ ਛੱਡਿਆ ਨਾ, ਦਰਗਾਹ ਵਿੱਚ ਗਈ, ਤੇ ਧਰਮ ਰਾਜੇ ਨੇ ਵੇਖ ਕੇ ਉਸ ਵੇਲੇ ਉੱਠ ਕੇ ਆਖਿਆ, ਕਹਿਣ ਲੱਗਾ ਜੀ ਇਹ ਤੁਹਾਡਾ ਰਾਹ ਨਹੀਂ ਹੈ, ਇਹ ਪਾਪੀਆਂ ਪੁੰਨੀਆਂ ਦਾ ਹੈ, ਤੁਹਾਡਾ ਰਾਹ ਤੇ ਸੱਚਖੰਡ ਵਾਲਾ ਹੈ, ਤੁਸੀਂ ਇੱਧਰ ਕਿਵੇਂ ਆ ਗਏ? ਤੇ ਭਾਈ ਜੱਲਣ ਜੱਟ ਦੀ ਘਰਵਾਲੀ ਕਹਿਣ ਲੱਗੀ, ਨਹੀਂ ਅਸੀਂ ਲੇਖਾ ਦੇਣ ਵਾਸਤੇ ਨਹੀਂ ਆਏ, ਹਿਸਾਬ ਦੇਣ ਵਾਸਤੇ ਨਹੀਂ ਆਏ, ਅਸੀਂ ਤੇ ਇੱਕ ਸੁਨੇਹਾ ਦੇਣ ਵਾਸਤੇ ਆਏ ਆ ਕਿ ਜਿਹੜਾ ਜੱਲਣ ਜੱਟ ਹੈ, ਜੱਲਣ ਜੱਟ ਦਾ ਹੁਕਮ ਹੋਇਆ ਹੈ ਕਿ ਧਰਮਰਾਜ ਨੂੰ ਇਹ ਸੁਨੇਹਾ ਦੇਣਾ ਹੈ ਕਿ ਜਿਹੜਾ ਖਡੂਰ ਸਾਹਿਬ ਦਾ ਸ਼ਾਹੂਕਾਰ ਹੈ ਨਾ, ਉਹਦੀ ਮੌਤ ਹੋ ਗਈ ਹੈ, ਉਹਦਾ ਲੇਖਾ ਨਹੀਂ ਹੋਣਾ ਚਾਹੀਦਾ, ਇਹ ਬਚਨ ਮੰਨਣਾ ਹੈ। ਜਦੋਂ ਇੰਨਾ ਬਚਨ ਹੋ ਗਿਆ, ਕਹਿਣ ਲੱਗੇ ਉਹ ਸ਼ਾਹੂਕਾਰ ਦੇ ਸਾਰੇ ਲੇਖੇ ਹੀ ਨਿਬੜ ਗਏ, ਮੁੱਕੀ ਗਏ, ਹਿਸਾਬ ਹੋਇਆ ਹੀ ਕੋਈ ਨਹੀਂ ਹੈ। ਸੋ ਐਸੇ ਨੇ ਨਾਮ ਜਪਣ ਵਾਲਿਆਂ ਦੀ ਕਮਾਈ, ਜਾਕਾ ਕਹਿਆ ਦਰਗਾਹ ਚੱਲੈ, ਜਿਹਦਾ ਕਿਹਾ ਹੋਇਆ ਦਰਗਾਹ ਵਿੱਚ ਮੰਨਿਆ ਜਾਵੇ। ਸੋ ਕਿਸ ਕੋ ਨਜ਼ਰ ਲੈ ਆਵੇ ਤਲੇ, ਉਹ ਫਿਰ ਹੋਰ ਦੂਜੇ ਕਿਸੇ ਨੂੰ ਕਿਵੇਂ ਆਪਣੀ ਨਜ਼ਰ ਥੱਲੇ ਲਿਆਉਂਦਾ ਹੈ। ਸੋ ਇਹ ਬਚਨ ਇਹ ਹੈ ਕਿ ਜਿਹੜੇ ਨਾਮ ਜਪਣ ਵਾਲੇ ਸਿੱਖ ਨੇ, ਬਚਨ ਤੇ ਉਹਨਾਂ ਦਾ ਦਰਗਾਹ ਵਿੱਚ ਮੰਨਿਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਦਾ ਬਚਨ ਕਿਉਂ ਨਹੀਂ ਮੰਨਿਆ ਜਾਵੇਗਾ? ਉਹ ਤੇ ਸਮਰੱਥ ਨੇ, ਖੁਦ ਪਰਮੇਸ਼ਰ ਹਨ। ਕਹਿਣ ਲੱਗੇ ਸਤਿਗੁਰ ਆਖੈ, ਜੋ ਗੁਰੂ ਨਾਨਕ ਦੇ ਪਾਤਸ਼ਾਹ ਆਖਦੇ ਹਨ, ਤੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਸੱਚਾ ਕਰੇ, ਬੱਚਾ ਸਚਨ ਹੀ, ਬਚਨ ਜਿਹੜਾ ਸੱਚਾ ਹੀ ਹੁੰਦਾ ਹੈ। ਧਰਮ ਰਾਜਾ ਵੀ ਉਹਨਾਂ ਦੇ ਬਚਨ ਨੂੰ ਸੱਚਾ ਮੰਨਦਾ ਹੈ। ਸਾ ਬਾਤ ਹੋਵੇ ਦਰ ਹਾਲੀ, ਜਿਹੜਾ ਧਰਮ ਰਾਜਾ ਹੈ ਉਹਨਾਂ ਦੀ ਗੱਲ ਨੂੰ ਛੇਤੀ ਪੂਰਾ ਕਰ ਦਿੰਦਾ, ਵੀ ਆਹ ਗੁਰੂ ਨਾਨਕ ਸਾਹਿਬ ਨੇ ਬਚਨ ਆਖਿਆ, ਇਹ ਛੇਤੀ ਸੇਵਾ ਕਰਨੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬੜੇ ਵੱਡੇ ਸਮਰੱਥ ਨੇ, ਗੁਰੂ ਦਿਆਂ ਸਿੱਖਾਂ ਦੇ ਬਚਨ ਕੋਈ ਨਹੀਂ ਮੋੜ ਸਕਦਾ ਹੈ। ਐਸੀਆਂ ਦਾਤਾਂ ਮਹਾਰਾਜ ਨੇ ਨਾਮ ਵਿੱਚ ਬਖਸ਼ੀਆਂ ਹਨ। ਗੁਰ ਅੰਗਦ ਦੀ ਦੋਹੀ ਫਿਰੀ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਦੋਹੀ ਕੀ ਹੈ? ਇਹ ਜਿਹੜਾ ਜਸ ਹੋ ਰਿਹਾ ਨਾ ਮਹਾਰਾਜ ਦਾ, ਇਹ ਦੁਹਾਈ ਪੈ ਗਈ ਹੈ। ਇਹ ਜਸ ਰੂਪੀ ਦੁਹਾਈ ਮਹਾਰਾਜ ਗੁਰੂ ਅੰਗਦ ਸਾਹਿਬ ਦੀ ਫਿਰਦੀ ਪਈ ਹੈ। ਵਡਿਆਈ ਹੀ ਵਡਿਆਈ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਾਰੇ ਥਾਵਾਂ ਤੇ ਹੋ ਰਹੀ ਹੈ। ਸੱਚ ਕਰਤਾ ਬੰਦ ਬਹਾਲੀ, ਕਰਤੇ ਅਕਾਲ ਪੁਰਖ ਨੇ ਆਪ ਹੀ ਇਹ ਬੰਨ ਕੇ ਬਹਾਲੀ ਕਹੀਏ ਸਥਿਤ ਕੀਤੀ ਹੈ। ਜਸ ਮਹਾਰਾਜ ਦਾ ਵਡਿਆਈ ਜੋ ਹੈ ਨਾ ਗੁਰੂ ਅੰਗਦ ਸਾਹਿਬ ਦੀ ਹੋ ਰਹੀ ਹੈ, ਇਸ ਜਸ ਵਡਿਆਈ ਨੂੰ ਕਰਤੇ ਅਕਾਲ ਪੁਰਖ ਨੇ ਆਪ ਹੀ ਬੰਨ ਕੇ ਸਾਰਿਆਂ ਥਾਵਾਂ 'ਤੇ ਸਥਿਤ ਕੀਤਾ ਹੈ। ਜਿਵੇਂ ਚੰਦਰਮਾ ਦੀ ਚਾਂਦਨੀ ਗੁਰਮੁਖੋ ਹਰੇਕ ਘਰ ਵਿੱਚ ਜਾ ਕੇ ਪ੍ਰਕਾਸ਼ ਕਰਦੀ ਹੈ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੀ ਜਸ ਰੂਪੀ ਜਿਹੜੀ ਚਾਂਦਨੀ ਹੈ, ਅਕਾਲ ਪੁਰਖ ਨੇ ਆਪ ਹੀ ਬੰਨ੍ਹ ਕੇ ਸਾਰੇ ਥਾਵਾਂ 'ਤੇ ਸਥਿਤ ਕੀਤੀ, ਟਿਕਾਈ ਹੋਈ ਹੈ। ਨਾਨਕ ਕਾਇਆ ਪਲਟ ਕਰ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਨੇ ਨਾ, ਇਹ ਜਿਹੜੀ ਕਾਇਆ ਸਰੀਰ ਹੈ, ਇਸ ਨੂੰ ਪਲਟ ਕੇ, ਭਾਵ ਕੇ, ਬਦਲ ਕੇ ਕਰ ਮਲ ਤਖਤ ਬੈਠਾ ਸਹਿ ਡਾਲੀ, ਤੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਹੋ ਕੇ ਬੈਠ ਕੇ ਨਾਨਕ ਕਾਇਆ ਪਲਟ ਕਰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਇਆ ਕਹੀਏ ਸਰੀਰ ਪਲਟ ਕੇ ਤੇ ਕੀ ਕੀਤਾ ਹੈ? ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਹੋ ਕੇ ਮਲ ਤਖਤ ਬੈਠਾ। ਇਹ ਗੁਰਤਾ ਗੱਦੀ ਰੂਪੀ ਜਿਹੜਾ ਤਖਤ ਹੈ, ਇਹਨੂੰ ਮੱਲ ਕਹੀਏ ਸਾਂਭ ਕੇ ਬੈਠ ਗਿਆ ਮਹਾਰਾਜ ਸਾਹਿਬ ਜੀ। ਗੁਰੂ ਅੰਗਦ ਸਾਹਿਬ ਜੀ ਇਸ ਗੁਰਤਾ ਗੱਦੀ ਰੂਪੀ ਤਖਤ ਨੂੰ ਸਾਂਭ ਕੇ ਬੈਠੇ ਹਨ। ਸਹਿ ਡਾਲੀ, ਅਤੇ ਇਸੇ ਤਰ੍ਹਾਂ ਗੁਰਮੁਖੋ ਇਹ ਜਿਹੜਾ ਮਹਾਰਾਜ ਜੀ ਦਾ ਤਖਤ ਹੈ ਨਾ, ਇਹਦੇ ਸਿੱਖੀ ਸੇਵਕੀ ਰੂਪੀ ਕਈ ਡਾਲਾਂ ਨੇ, ਉਹਨਾਂ ਸਾਰੀ ਸਿੱਖੀ ਨੂੰ ਮਹਾਰਾਜ ਨੇ ਸਾਂਭ ਲਿਆ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਜਿੰਨੇ ਵੀ ਸਿੱਖ ਸੰਗਤਾਂ ਨੇ ਸਾਰਿਆਂ ਨੂੰ ਸਾਂਭ ਕੇ ਬੈਠੇ ਹੋਏ। ਫਿਰ ਫਰਮਾਉਂਦੇ ਹਨ, ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦਾ ਤਖਤ ਸਾਂਭ ਕੇ, ਇਹ ਡਾਲਾਂ ਕਿਹੜੀਆਂ ਨੇ? ਇਹ ਹੈ ਕਰੁਣਾ, ਮੈਤਰੀ, ਮੁਦਤਾ, ਇਹ ਜਿਹੜੀਆਂ ਦਾਤਾਂ ਨੇ ਇਹ ਡਾਲਾਂ ਹਨ। ਕਰੁਣਾ ਕਹੀਏ ਕਿਰਪਾ ਕਰਨੀ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵਿੱਚ ਕਿਰਪਾ ਹੀ ਕਿਰਪਾ ਹੈ। ਜਿਹੜਾ ਆਉਂਦਾ ਹੈ ਕਿਰਪਾ ਦੀਆਂ ਦਾਤਾਂ ਲੈ ਕੇ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਤਾਂ ਹੀ ਬਚਨ ਆਉਂਦਾ ਨਾ, ਕਿਰਪਾ ਕਰੋ ਦੀਨ ਕੇ ਦਾਤੇ। ਸਤਿਗੁਰੂ ਐਸੇ ਨੇ ਕਿਰਪਾ ਕਰਨ ਵਾਲੇ, ਇਹ ਕਿਰਪਾ ਰੂਪੀ ਡਾਲਾਂ ਨੇ। ਅਤੇ ਇਸੇ ਤਰ੍ਹਾਂ ਦੂਜਾ ਹੈ ਕਰੁਣਾ। ਕਰੁਣਾ ਕਹੀਏ ਕਿਰਪਾ, ਅਤੇ ਮੈਤਰੀ ਕਹੀਏ ਮਿੱਤਰਤਾ ਵਾਲਾ ਸੁਭਾਅ, ਭਲੇ ਦਾ ਬਚਨ। ਜਿਵੇਂ ਆਪਾਂ ਕਰਦੇ ਬਚਨ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ,
ਸਰਬੱਤ ਦਾ ਭਲਾ, ਇਹ ਸਾਰਿਆਂ ਦਾ ਭਲਾ ਮੰਗਣਾ, ਇਹ ਮੈਤਰੀ ਸੁਭਾਅ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਜੋ ਵੀ ਆਵੇ ਉਹਦਾ ਹੀ ਮਹਾਰਾਜ ਭਲਾ ਕਰ ਦਿੰਦੇ। ਮੁਦਤਾ ਕਹੀਏ ਪ੍ਰਸੰਨਤਾ, ਮਹਾਰਾਜ ਹਰ ਵੇਲੇ ਪ੍ਰਸੰਨ ਰਹਿੰਦੇ ਸੰਗਤਾਂ ਸਿੱਖਾਂ ਦੇ ਉੱਪਰ। ਐਸੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਦੇ, ਐਸੀ ਕਿਰਪਾ ਕਰਦੇ। ਇਹ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਦਾ ਜਿਹੜਾ ਤਖਤ ਹੈ ਨਾ, ਇਹ ਮਹਾਰਾਜ ਦੇ ਤਖਤ ਦੀਆਂ ਇਹ ਡਾਲਾਂ ਨੇ। ਜਿਹੜੀ ਕਿਰਪਾ ਕਰਨੀ ਹੈ, ਜਿਹੜੀ ਪ੍ਰਸੰਨਤਾ ਕਰਨੀ ਹੈ, ਇਹ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ। ਹਰ ਵੇਲੇ ਮਹਾਰਾਜ ਸਾਹਿਬ ਜੀ ਬਖਸ਼ਣਹਾਰ, ਬਖਸ਼ਦੇ ਰਹਿੰਦੇ, ਐਸੀਆਂ ਦਾਤਾਂ ਦਿੰਦੇ ਹਨ। ਦਰ ਸੇਵੇ ਉਮਤ ਖੜੀ, ਉਮਤ ਖੜੀ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਦੇ ਉੱਪਰ। ਸੋ ਉਮਤ ਕਹੀਏ ਜਿਹੜੀਆਂ ਸੰਗਤਾਂ ਹਨ, ਹਮੇਸ਼ਾ ਸੇਵਾ ਵਿੱਚ ਤਦਾਕਾਰ ਰਹਿੰਦੀਆਂ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਇਹ ਸੰਗਤਾਂ ਜਿਹੜੀਆਂ ਨੇ, ਮਹਾਰਾਜ ਸਾਹਿਬ ਜੀ ਦਾ ਦਰ ਕਹੀਏ ਦਰਵਾਜ਼ਾ, ਦਰ ਨੂੰ ਮੱਲ ਕੇ ਉਮਤ ਕਹੀਏ ਜਿਹੜੀ ਸੰਗਤ ਹੈ, ਉਹ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦੀ ਹੈ। ਮਸਕਲੇ ਹੋਏ ਜੰਗਾਲੀ, ਮਸਕਲੇ ਨਹੀਂ, ਮਸਕਲੇ ਹੋਏ ਜੰਗਾਲੀ। ਸੋ ਕਹਿਣ ਲੱਗੇ ਜਿਵੇਂ ਜੰਗਾਲ ਦੇ ਨਾਲ, ਜੰਗ ਦੇ ਨਾਲ ਭਾਂਡਾ ਖਰਾਬ ਹੋ ਜਾਏ ਤੇ ਉਸ ਨੂੰ ਮਾਂਜ ਕੇ ਸਾਫ਼ ਕੀਤਾ ਜਾਂਦਾ ਹੈ। ਮਹਾਰਾਜ ਸਾਹਿਬ ਜੀ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਇਹ ਪਾਪਾ ਰੂਪੀ ਜੰਗਾਲ ਲੱਗਾ ਸਾਡੇ ਅੰਦਰ, ਭਰੀਐ ਮਤ ਪਾਪਾਂ ਕੈ ਸੰਗ। ਇਹ ਪਾਪਾਂ ਰੂਪੀ ਜੰਗਾਲ ਲੱਗਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਸ ਪਾਪ ਨੂੰ ਮਾਂਜ ਕੇ ਬਾਹਰ ਕੱਢ ਦਿੰਦੇ, ਰਹਿਣ ਹੀ ਨਹੀਂ ਦਿੰਦੇ, ਐਸੀ ਦਾਤ ਬਖਸ਼ਦੇ। ਫਿਰ ਫਰਮਾਉਂਦੇ ਹਨ ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਸਤਿਗੁਰੂ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਦਰ ਸੇਵਾ ਉਮਤ ਖੜੀ। ਉਮਤ ਤੋਂ ਭਾਵ ਹੈ ਗੁਰਮੁਖੋ ਇਹ ਜਿੰਨੀ ਸ੍ਰਿਸ਼ਟੀ ਹੈ, ਇਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸਾਰੀ ਤੁਹਾਡੇ ਹੁਕਮ ਦੇ ਵਿੱਚ ਹੀ ਖਲੋਤੀ ਹੋਈ ਹੈ। ਜਿਹਨੂੰ ਚਾਹੋ ਦਾਤਾਂ ਦੇਈ ਜਾਂਦੇ ਹੋ, ਜਿਹਦੇ ਤੋਂ ਚਾਹੋ ਵਾਪਸ ਵੀ ਲੈ ਲੈਂਦੇ ਹੋ। ਇਹ ਜਿੰਨੀ ਉਮਤ ਕਹੀਏ ਸ੍ਰਿਸ਼ਟੀ ਹੈ। ਵੈਸੇ ਇਹ ਸ਼ਬਦ ਮੁਸਲਮਾਨ ਜਿਹੜੇ ਨੇ ਨਾ, ਉਹ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਚੇਲੇ ਨੇ, ਉਹਨਾਂ ਨੂੰ ਮੰਨਣ ਵਾਲੇ, ਉਹਨਾਂ ਨੂੰ ਉਮਤ ਕਿਹਾ ਜਾਂਦਾ ਹੈ। ਵੀ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਉਮਤ ਆਖਦੇ। ਸੋ ਇੱਥੇ ਆਪਾਂ ਬਚਨ ਲੈ ਰਹੇ ਹਾਂ, ਉਮਤ ਤੋਂ ਭਾਵ ਹੈ ਸਾਰੀ ਸ੍ਰਿਸ਼ਟੀ, ਜਿੰਨੇ ਵੀ ਲੋਕ ਨੇ। ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਉਹ ਤੁਹਾਡੇ ਹੁਕਮ ਦੇ ਵਿੱਚ ਬੈਠੇ ਹੋਏ ਹਨ। ਮਸਕਲੇ ਹੋਏ ਜੰਗਾਲੀ, ਅਤੇ ਤੁਹਾਡੇ ਪ੍ਰੇਮ ਦੇ ਵਿੱਚ ਦਰ ਸੇਵਾ ਉਮਤ ਖੜੀ। ਇਹ ਜੋ ਜਿਹੜਾ ਦਰ ਹੈ ਨਾ, ਸੋ ਦਰ ਕੀ ਹੈ? ਸੰਸਾਰ ਰੂਪੀ ਜਿਹੜਾ ਦਰਵਾਜ਼ਾ ਹੈ, ਇਹਦੇ ਵਿੱਚ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਤੁਹਾਡੇ ਪ੍ਰੇਮ ਦੇ ਵਿੱਚ ਖਲੋਤੀ ਹੋਈ ਹੈ, ਤੁਹਾਡੇ ਹੁਕਮ ਦੇ ਵਿੱਚ ਖਲੋਤੀ ਹੋਈ ਹੈ। ਦਰ ਦਰਵੇਸ਼ ਖਸਮਦੈ, ਮਸਕਲੇ ਹੋਏ ਜੰਗਾਲੀ। ਇਹ ਜਿਹੜੇ ਅੰਦਰ ਪਾਪ ਨੇ, ਕੁਕਰਮ ਭਰੇ ਹੋਏ ਨੇ, ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਕੇ ਇਹਨਾਂ ਨੂੰ ਮਾਂਜਣਾ ਕਰਦੇ ਹੋ, ਮਾਂਜ ਕੇ ਅਵਗੁਣਾਂ ਨੂੰ ਬਾਹਰ ਕੱਢ ਦਿੰਦੇ ਹੋ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕੱਟੀ ਹੈ। ਜਿਹੜੀ ਜਨਮਾਂ ਜਨਮਾਤਰਾਂ ਦੀ ਅੰਦਰ ਮੈਲ ਹੈ ਨਾ, ਸਤਿਗੁਰੂ ਉਹਨੂੰ ਕੱਟ ਕੇ ਆਪ ਬਾਹਰ ਕੱਢ ਦਿੰਦੇ ਹੋ। ਦਰ ਦਰਵੇਸ਼ ਵੰਡੀਐ, ਦਰ ਦਰਵੇਸ਼ ਖਸਮ ਦੇ, ਨਾਏ ਸੱਚੇ ਬਾਣੀ ਲਾਲੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਜਿਹੜਾ ਖਸਮ ਪਰਮਾਤਮਾ ਮਾਲਕ ਹੈ ਨਾ, ਉਹਦੇ ਜਿਹੜੇ ਦਰ ਦੇ ਦਰਵੇਸ਼ ਹੋਏ ਨੇ, ਜਿਹੜੇ ਰੱਬ ਦੇ ਦਰ ਦੇ ਦਰਵੇਸ਼ ਬਣ ਗਏ। ਦਰ ਦਰਵੇਸ਼ ਖਸਮ ਦਾ, ਖਸਮ ਕਹੀਏ ਖਸਮ, ਜੋ ਖਸਮ ਕੌਣ ਹੈ? ਮਾਲਕ। ਮਾਲਕ ਕੌਣ ਹੈ? ਪਰਮਾਤਮਾ। ਜਿਹੜੇ ਪਰਮਾਤਮਾ ਦੇ ਦਰ ਦੇ ਦਰਵੇਸ਼ ਬਣੇ ਨੇ, ਪਰਮਾਤਮਾ ਦੇ ਘਰ ਦੇ ਜਿਹੜੇ ਦਰਵੇਸ਼ ਬਣ ਜਾਂਦੇ, ਫਕੀਰ ਸਾਧੂ ਬਣ ਜਾਂਦੇ ਹਨ। ਨਾਏ ਸੱਚੇ ਬਾਣੀ ਲਾਲੀ, ਉਹਨਾਂ ਦੇ ਉੱਪਰ ਐਸੀ ਕਿਰਪਾ ਹੁੰਦੀ ਹੈ, ਸੱਚੇ ਨਾਮ ਦੀ ਬਾਣੀ ਦੀ ਲਾਲੀ ਚੜ੍ਹ ਜਾਂਦੀ ਹੈ। ਦੁਨੀਆ ਦੇ ਲੋਕ ਤੇ ਆਪਣੇ ਚਿਹਰਾ ਸ਼ਿੰਗਾਰਨ ਵਾਸਤੇ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਦੇ ਨਾ, ਮੇਕਅਪ ਕਰਦੇ ਵੀ ਮੈਂ ਸੋਹਣਾ ਲੱਗਾ, ਪਰ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਵੀ ਸਰੀਰ ਦੇ ਉੱਪਰ ਉਹ ਰੰਗਤ ਨਹੀਂ ਆਉਂਦੀ ਹੈ। ਪਰ ਨਾਮ ਜਪਣ ਵਾਲਿਆਂ ਨੂੰ ਹਾਰ ਸ਼ਿੰਗਾਰ ਕਰਨ ਦੀ ਲੋੜ ਹੀ ਨਹੀਂ। ਨਾਮ ਜਪਣ ਵਾਲਿਆਂ ਦੇ ਚਿਹਰੇ ਦੇ ਉੱਪਰ ਪਰਮਾਤਮਾ ਬਿਨਾਂ ਹੀ ਸ਼ਿੰਗਾਰ ਕਰਨ ਤੋਂ ਉਹਨਾਂ ਦੇ ਚਿਹਰੇ ਦੇ ਉੱਪਰ ਲਾਲੀ ਬਖਸ਼ਿਸ਼ ਕਰ ਦਿੰਦਾ ਹੈ, ਨੂਰ ਬਖਸ਼ਿਸ਼ ਕਰ ਦਿੰਦਾ ਹੈ। ਐਸੀਆਂ ਨਾਮ ਦੀਆਂ ਬਰਕਤਾਂ ਹਨ। ਨਾਏ ਸੱਚਾ ਬਾਣੀ ਲਾਲੀ, ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ, ਬਾਣੀ ਪੜ੍ਹੀ ਹੈ,
ਉਹਨਾਂ ਨੂੰ ਫਿਰ ਨਾਮ ਦੀ ਲਾਲੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਬਲਵੰਡ ਖੀਵੀ ਨੇਕ ਜਨ। ਬਲਵੰਡ ਨਾਮ ਦਾ ਇਹ ਸਿੱਖ ਹੈ। ਆਪਾਂ ਪੜ੍ਹਦੇ ਹਾਂ ਨਾ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹ ਸੱਤਾ ਤੇ ਬਲਵੰਡਾ ਇਹ ਮਹਾਰਾਜ ਦੀ ਸਿਫਤ ਕਰਦੇ ਪਏ। ਬਲਵੰਡ ਜੀ ਵੱਡੇ ਸਨ, ਉਹ ਕਹਿਣ ਲੱਗੇ ਖੀਵੀ ਨੇਕ ਜਨ। ਜਿਹੜੇ ਮਾਤਾ ਖੀਵੀ ਜੀ ਹਨ ਉਹ ਬੜੇ ਨੇਕ ਸੁਭਾਅ ਵਾਲੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਜਿਹੜੇ ਮਹਿਲ ਨੇ ਨਾ ਸੁਪਤਨੀ, ਉਹਨਾਂ ਦਾ ਨਾਮ ਹੈ ਮਾਤਾ ਖੀਵੀ ਜੀ। ਉਹਨਾਂ ਦਾ ਨਾਮ ਇੱਥੇ ਆਇਆ ਹੈ। ਖਡੂਰ ਸਾਹਿਬ ਦੇ ਨੇੜੇ ਇੱਕ ਨਗਰ ਹੈ ਜਿਸ ਨੂੰ ਸੰਗਰ ਕਿਹਾ ਜਾਂਦਾ ਹੈ। ਸੰਗਰ ਨਗਰ ਦੇ ਵਿੱਚ ਦੇਵੀ ਚੰਦ ਨਾਮ ਦਾ ਸਿੱਖ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਇਹ ਸਪੁੱਤਰੀ ਸਨ ਮਾਤਾ ਖੀਵੀ ਜੀ। ਔਰ ਮਾਤਾ ਖੀਵੀ ਜੀ ਦਾ ਵਿਆਹ ਜਿਹੜਾ ਨਾ ਆਨੰਦ ਕਾਰਜ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੋਇਆ। ਮਾਤਾ ਖੀਵੀ ਜੀ ਆਪਣੇ ਮਾਤਾ ਪਿਤਾ ਦੇ ਇੱਕ ਇਕਲੌਤੇ ਹੀ ਸੰਤਾਨ ਸਨ। ਇਹਨਾਂ ਦਾ ਭਰਾ ਜਾਂ ਕੋਈ ਹੋਰ ਭੈਣ ਨਹੀਂ ਹੈ। ਇਸ ਕਰਕੇ ਦੇਵੀ ਚੰਦ ਜੀਆਂ ਨੇ ਇਹਨਾਂ ਦਾ ਵਿਆਹ ਜਿਹੜਾ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਨਾਲ ਹੋਇਆ ਨਾ, ਤੇ ਆਪਣਾ ਪੁੱਤਰ ਜਾਣ ਕੇ ਇਹਨਾਂ ਨੂੰ ਆਪਣੇ ਕੋਲ ਲੈ ਆਂਦਾ ਖਡੂਰ ਸਾਹਿਬ ਦੀ ਧਰਤੀ ਤੇ। ਸੋ ਇਸ ਤਰ੍ਹਾਂ ਦੇ ਨੇ ਮਾਤਾ ਖੀਵੀ ਜੀ। ਉਹਨਾਂ ਦਾ ਨਾਮ ਗੁਰੂ ਪਰਿਵਾਰਾਂ ਦੇ ਵਿੱਚੋਂ ਇੱਕ ਮਾਤਾ ਖੀਵੀ ਜੀ ਹਨ ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਆਇਆ ਹੈ। ਗੁਰੂਆਂ ਦਾ ਨਾਮ ਤੇ ਆਪਾਂ ਸਰਵਣ ਕਰਦੇ ਹੀ ਹਾਂ, ਪਰ ਮਾਤਾਵਾਂ ਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਮਾਤਾ ਖੀਵੀ ਜੀ ਹਨ ਜਿਨ੍ਹਾਂ ਦਾ ਨਾਮ ਇੱਥੇ ਗੁਰਬਾਣੀ ਵਿੱਚ ਆਇਆ। ਇਹਨਾਂ ਤੋਂ ਬਿਨਾਂ ਹੋਰ ਕਿਸੇ ਵੀ ਮਾਤਾ ਸਾਹਿਬ ਜੀ ਦਾ ਨਾਮ ਜਿਹੜਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਨਹੀਂ ਲਿਖਿਆ ਹੈ। ਉਹਦਾ ਕਾਰਨ ਇਹ ਹੈ ਕਿ ਮਾਤਾ ਖੀਵੀ ਜੀ ਦੇ ਨਾਮ ਲਿਖਣ ਦਾ ਕਿ ਮਾਤਾ ਖੀਵੀ ਜੀ ਆਪ ਸੇਵਾ ਕਰਦੇ ਸਨ ਲੰਗਰ ਵਿੱਚ ਜਾ ਕੇ। ਸਾਰਾ ਦਿਨ ਪ੍ਰਸ਼ਾਦੇ ਬਣਾਉਣੇ, ਖੀਰਾਂ ਬਣਾਉਣੀਆਂ, ਬਰਤਨ ਸਾਫ਼ ਕਰਨੇ। ਐਸੇ ਨੇਕ ਦਿਲ ਸਨ ਮਾਤਾ ਖੀਵੀ ਜੀ। ਇੱਥੇ ਬਲਵੰਡ ਜੀ ਕਹਿ ਰਹੇ ਨੇ, ਕਹਿੰਦੇ ਬਲਵੰਡ ਖੀਵੀ ਨੇਕ ਜਨ। ਜੋ ਮਾਤਾ ਖੀਵੀ ਜੀ ਹਨ ਬੜੇ ਹੀ ਨੇਕ ਸੁਭਾਅ ਵਾਲੇ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਸੁਪਤਨੀ ਹਨ। ਜਿਸ ਬਹੁਤੀ ਛਾਂ ਪਤਰਾਲੀ। ਜਿਨ੍ਹਾਂ ਦੇ ਵਿੱਚ ਸ਼ੁਭ ਗੁਣਾ ਰੂਪੀ ਬਹੁਤੀ ਛਾਂ ਹੈ। ਸ਼ੁਭ ਹੀ ਸ਼ੁਭ ਗੁਣ ਮਾਤਾ ਖੀਵੀ ਦੇ ਵਿੱਚ ਭਰੇ ਹੋਏ। ਜਿਵੇਂ ਕਿਸੇ ਰੁੱਖ ਦੇ ਬਹੁਤੇ ਪੱਤੇ ਸੰਘਣੇ ਹੋਣ ਤੇ ਉਹਦੀ ਛਾਂ ਬੜੀ ਸੰਘਣੀ ਹੁੰਦੀ ਹੈ। ਮਾਤਾ ਖੀਵੀ ਜੀ, ਤੁਹਾਡੇ ਵਿੱਚ ਜਿਹੜੇ ਬਹੁਤੇ ਸ਼ੁਭ ਗੁਣ ਹਨ, ਇਹ ਸ਼ੁਭ ਗੁਣਾ ਰੂਪੀ ਤੁਹਾਡੇ ਕੋਲ ਛਾਂ ਹੈ। ਜਿਹੜਾ ਵੀ ਆਉਂਦਾ ਹੈ ਉਹਦੇ ਉੱਪਰ ਐਸੀ ਸ਼ੁਭ ਗੁਣਾਂ ਦੀ ਛਾਂ ਬਖਸ਼ਿਸ਼ ਕਰ ਦਿੰਦੇ ਹੋ। ਤੁਹਾਡੇ ਵੱਲ ਵੇਖ ਕੇ ਕਈਆਂ ਵਿੱਚ ਸ਼ੁਭ ਗੁਣ ਆ ਜਾਂਦੇ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ। ਸਤਿਗੁਰੂ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਇਹ ਜਸ ਰੂਪੀ ਸੰਘਣੀ ਛਾਂ ਹੈ। ਮਾਤਾ ਖੀਵੀ ਜੀ, ਗੁਰਬਾਣੀ ਦੇ ਅੰਦਰ ਜਿਹੜਾ ਤੁਹਾਡਾ ਜਸ ਹੋ ਰਿਹਾ ਨਾ, ਇਹੋ ਹੀ ਸੰਘਣੀ ਛਾਂ ਹੈ। ਤੁਹਾਡੇ ਬਿਨਾਂ ਕਿਸੇ ਦਾ ਵੀ ਨਾਮ ਗੁਰਬਾਣੀ ਦੇ ਵਿੱਚ ਜਸ ਦੇ ਰੂਪ ਦੇ ਵਿੱਚ ਨਹੀਂ ਆਇਆ ਹੈ। ਐਸੀ ਮਾਤਾ ਖੀਵੀ ਜੀਆਂ ਦੀ ਮਹਾਨ ਸੇਵਾ ਹੈ। ਲੰਗਰ ਦੌਲਤ ਵੰਡੀਆ। ਗੁਰੂ ਅੰਗਦ ਦੇਵ ਮਹਾਰਾਜ ਦੇ ਲੰਗਰ ਦੇ ਵਿੱਚ ਇੱਕ ਤੇ ਪ੍ਰਸ਼ਾਦੇ ਔਰ ਖੀਰ ਦੀ ਦੌਲਤ ਵੰਡੀ ਜਾਂਦੀ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਰਸ ਅੰਮ੍ਰਿਤ ਖੀਰ ਘਿਆਲੀ। ਮਹਾਰਾਜ ਦੇ ਲੰਗਰ ਦੇ ਵਿੱਚ ਖੀਰ ਬਣਦੀ ਹੈ ਘਿਓ ਵਾਲੀ, ਸਮੇਤ ਘਿਓ ਦੇ ਖੀਰ ਬਣਾ ਕੇ ਵਰਤਾਈ ਜਾਂਦੀ ਹੈ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦੇ ਨਾ, ਤੇ ਇਸ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਬਹੁਤੇ ਖਹਿਰੇ ਜੱਟਾਂ ਦੇ ਘਰ ਨੇ। ਖਹਿਰਾ ਇੱਕ ਗੋਤ ਹੈ ਜੱਟਾਂ ਦੇ ਵਿੱਚ। ਖਹਿਰੇ ਜੱਟਾਂ ਦੇ ਘਰ ਸਨ ਤੇ ਉਹਨਾਂ ਦੀਆਂ ਮੱਝਾਂ ਗਾਵਾਂ ਜਿਹੜੀਆਂ ਬਿਮਾਰ ਹੋਣ ਲੱਗ ਪਈਆਂ। ਕਈਆਂ ਥਾਵਾਂ ਤੇ ਜਾ ਕੇ ਇਲਾਜ ਵੀ ਕਰਾਏ, ਵੈਦ ਹਕੀਮ ਵੀ ਬੁਲਾਏ, ਕਈਆਂ ਥਾਵਾਂ ਤੇ ਮੰਨਤਾਂ ਵੀ ਮੰਨੀਆਂ, ਪਰ ਪਸ਼ੂ ਜਿਹੜੇ ਬਹੁਤੇ ਠੀਕ ਨਾ ਹੋਣ। ਕਦੇ ਕੋਈ ਪਸ਼ੂ ਬਿਮਾਰ ਹੋ ਜਾਇਆ ਕਰੇ, ਕਦੇ ਕੋਈ ਪਸ਼ੂ ਬਿਮਾਰ ਹੋ ਜਾਇਆ ਕਰੇ। ਕਿਸੇ ਪ੍ਰੇਮੀ ਨੇ ਜਾ ਕੇ ਆਖਿਆ, ਕਹਿਣ ਲੱਗੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ, ਤੁਸੀਂ ਬਾਹਰ ਕਿਉਂ ਤੁਰੇ ਫਿਰਦੇ ਹੋ? ਤੁਹਾਡੇ ਤੇ ਨਗਰ ਵਿੱਚ ਹੀ ਏਡੀ ਵੱਡੀ ਦਾਤ ਹੈ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੋ। ਇਹਨਾਂ ਫਿਰ ਖਹਿਰੇ ਜੱਟਾਂ ਨੇ ਆ ਕੇ ਗੁਰੂ ਅੰਗਦ ਸਾਹਿਬ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਸਾਡੇ ਪਸ਼ੂ ਜਿਹੜੇ ਨੇ ਬਿਮਾਰ ਰਹਿੰਦੇ ਨੇ, ਅਸੀਂ ਬੜਾ ਉਪਚਾਰ ਕਰਦੇ ਹਾਂ ਪਰ ਠੀਕ ਨਹੀਂ ਹੁੰਦੇ। ਆਪ ਕਿਰਪਾ ਕਰੋ ਸਾਡੇ ਪਸ਼ੂ ਠੀਕ ਹੋ ਜਾਣ। ਅਸੀਂ ਆਪਣੇ ਘਰ ਦੇ ਵਿੱਚੋਂ ਅੱਧਾ ਦੁੱਧ ਜਿਹੜਾ ਹੈ ਉਹ ਤੁਹਾਡੇ ਲੰਗਰ ਦੀ ਸੇਵਾ ਵਾਸਤੇ, ਸੰਗਤਾਂ ਵਾਸਤੇ ਦੇ ਕੇ ਜਾਇਆ ਕਰਾਂਗੇ। ਜਦੋਂ ਇਹ ਬੇਨਤੀ ਕੀਤੀ, ਮਹਾਰਾਜ ਕਹਿਣ ਲੱਗੇ ਚਲੋ ਭਾਈ ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਲੰਗਰ ਦੇ ਵਿੱਚ ਸੰਗਤਾਂ ਦੀ ਸੇਵਾ ਕਰਨੀ ਚਾਹੁੰਦੇ ਹੋ ਤੇ ਇਸ ਤੋਂ ਫਿਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ।
ਸਤਿਗੁਰਾਂ ਦੇ ਬਚਨ ਹੋਏ, ਉਹ ਜਿਹੜੇ ਪਸ਼ੂ ਸਨ ਘਰਾਂ ਵਿੱਚ ਰੱਖੇ ਹੋਏ ਅਰੋਗ ਹੋ ਗਏ, ਬਿਮਾਰੀਆਂ ਖਤਮ ਹੋ ਗਈਆਂ। ਬਹੁਤਾ ਦੁੱਧ ਘਰਾਂ ਵਿੱਚ ਹੋਣ ਲੱਗ ਪਿਆ। ਅੱਧਾ ਦੁੱਧ ਜਿਹੜਾ ਹੈ ਸਵੇਰ ਵੇਲੇ ਤੇ ਅੱਧਾ ਦੁੱਧ ਜਿਹੜਾ ਹੈ ਸ਼ਾਮ ਨੂੰ ਗਾਗਰਾਂ ਭਰ ਭਰ ਕੇ ਦੁੱਧ ਦੀਆਂ ਭਾਂਡੇ ਭਰ ਭਰ ਕੇ ਇਹਨਾਂ ਦੇ ਲੰਗਰ ਵਿੱਚ ਦੇ ਕੇ ਜਾਣ। ਸੋ ਉਸ ਵੇਲੇ ਗੁਰਮੁਖੋ ਮਾਤਾ ਖੀਵੀ ਜੀ ਕੀ ਕਰਦੇ, ਜਿਹੜਾ ਤੇ ਸਵੇਰ ਵੇਲੇ ਦਾ ਦੁੱਧ ਆਉਂਦਾ ਉਸ ਦੁੱਧ ਦੀ ਮਾਤਾ ਜੀ ਖੀਰ ਬਣਾ ਦਿੰਦੇ, ਦੁੱਧ ਪਾ ਕੇ ਤੇ ਖੀਰ ਚਾੜ ਦਿੰਦੇ ਚੁੱਲ੍ਹਿਆਂ ਦੇ ਉੱਪਰ। ਸਾਰਾ ਦਿਨ ਖੀਰ ਬਣਦੀ ਰਹਿੰਦੀ ਔਰ ਸੰਗਤ ਛਕਦੀ ਰਹਿੰਦੀ। ਜਿਹੜਾ ਸ਼ਾਮ ਨੂੰ ਦੁੱਧ ਆਉਂਦਾ ਮਾਤਾ ਜੀ ਉਹਨੂੰ ਜਾਗ ਲਾ ਕੇ ਰੱਖ ਦਿੰਦੇ, ਫਿਰ ਉਹਨੂੰ ਰਿੜ ਕੇ ਮੱਖਣ ਬਣਾ ਕੇ ਉਹਦਾ ਘਿਓ ਬਣਾਇਆ ਜਾਂਦਾ। ਉਹ ਜਿੰਨਾ ਘਿਓ ਬਣਿਆ ਹੁੰਦਾ ਉਹ ਵੀ ਚੁੱਕ ਕੇ ਖੀਰ ਵਿੱਚ ਪਾ ਦਿੱਤਾ ਜਾਂਦਾ ਤੇ ਖੀਰ ਤੇ ਘਿਓ ਰਲ ਜਾਂਦਾ ਆਪਸ ਵਿੱਚ। ਐਸੀ ਜਿਹੜੀ ਖੀਰ ਘਿਓ ਹੈ ਉਹ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੇ ਲੰਗਰ ਵਿੱਚ ਵਰਤਾਈ ਜਾਂਦੇ। ਉਹ ਬਚਨ ਇੱਥੇ ਭਾਈ ਬਲਵੰਡ ਜੀ ਕਰਦੇ, ਕਹਿਣ ਲੱਗੇ ਮਾਤਾ ਖੀਵੀ ਜੀ ਆਪ ਦੀ ਲੰਗਰ ਦੇ ਵਿੱਚ ਖੀਰ ਬਣਾ ਕੇ ਉਹਦੇ ਵਿੱਚ ਘਿਓ ਪਾ ਕੇ ਤੇ ਸੰਗਤਾਂ ਨੂੰ ਵਰਤਾਉਂਦੇ ਹੋ। ਅੱਜ ਵੀ ਗੁਰਮੁਖੋ ਤੁਸੀਂ ਖਡੂਰ ਸਾਹਿਬ ਜਾਓਗੇ ਨਾ ਦਰਸ਼ਨ ਕਰਨ ਵਾਸਤੇ, ਤੇ ਉੱਥੋਂ ਦੇ ਲੰਗਰ ਦੇ ਵਿੱਚ ਅੱਜ ਵੀ ਖੀਰ ਵਰਤਦੀ ਹੈ। ਨੇੜੇ ਨੇੜੇ ਦੇ ਜਿੰਨੇ ਨਗਰ ਨੇ ਆਪਣੀ ਵਾਰੀ ਦੇ ਮੁਤਾਬਕ ਸਾਰੇ ਦੁੱਧ ਪਾ ਕੇ ਜਾਂਦੇ ਗੁਰੂ ਦੇ ਲੰਗਰਾਂ ਦੇ ਵਿੱਚ, ਤੇ ਫਿਰ ਖੀਰ ਬਣਦੀ ਹੈ। ਉਸੇ ਤਰ੍ਹਾਂ ਘਿਓ ਬਣਾਇਆ ਜਾਂਦਾ, ਖੀਰ ਵਿੱਚ ਪਾਇਆ ਜਾਂਦਾ, ਤੇ ਫਿਰ ਉਹ ਖੀਰ ਸੰਗਤਾਂ ਵਾਸਤੇ ਰੋਜ਼ ਲੰਗਰ ਵਿੱਚ ਵਰਤਾਈ ਜਾਂਦੀ। ਅੱਜ ਵੀ ਉਹ ਮਰਿਆਦਾ ਮਹਾਰਾਜ ਸਾਹਿਬ ਜੀਆਂ ਦੀ ਕਾਇਮ ਸੰਗਤਾਂ ਨੇ ਰੱਖੀ ਹੋਈ ਹੈ। ਐਸੇ ਨੇਮੀ ਪ੍ਰੇਮੀ ਸਿੱਖ ਮਹਾਰਾਜ ਦੇ ਉਸ ਧਰਤੀ 'ਤੇ ਵਸਦੇ, ਜਿਹੜੀ ਐਸੀ ਸੇਵਾ ਕਰਦੇ ਪਏ। ਸੋ ਕਹਿਣ ਲੱਗੇ ਮਾਤਾ ਖੀਵੀ ਜੀ ਐਸੇ ਹਨ ਜਿਨ੍ਹਾਂ ਨੇ ਅੰਮ੍ਰਿਤ ਵਰਗੀ ਖੀਰ ਬਣਾ ਕੇ ਉਹਦੇ ਵਿੱਚ ਘਿਓ ਪਾ ਕੇ ਤੇ ਫਿਰ ਸੰਗਤਾਂ ਨੂੰ ਵੰਡਦੇ। ਐਸੀ ਖੀਰ ਦੀ ਦੌਲਤ ਜਿਹੜੀ ਹੈ ਉਹ ਗੁਰੂ ਅੰਗਦ ਦੇ ਪਾਤਸ਼ਾਹ ਤੁਹਾਡੇ ਲੰਗਰ ਵਿੱਚ ਵੰਡੀ ਜਾਂਦੀ ਹੈ। ਫਿਰ ਫਰਮਾਉਂਦੇ ਹਨ ਲੰਗਰ ਦੌਲਤ ਵੰਡੀਆ। ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ ਲੰਗਰ ਦੇ ਵਿੱਚ ਗੁਰਮੁਖੋ ਜਦੋਂ ਲੰਗਰ ਛਕਾਇਆ ਜਾਂਦਾ ਨਾ ਤੇ ਜਿੰਨੀ ਮਾਇਆ ਬਚ ਜਾਂਦੀ ਮਹਾਰਾਜ ਸਾਰੀ ਮਾਇਆ ਵੀ ਨਾਲ ਹੀ ਵੰਡ ਦਿੰਦੇ। ਮਾਇਆ ਆਪਣੇ ਕੋਲ ਨਹੀਂ ਸਨ ਰੱਖਦੇ। ਜਿੰਨੀ ਅੱਜ ਮਾਇਆ ਆ ਗਈ ਹੈ ਲੰਗਰ ਬਣਾ ਕੇ ਵਰਤਾ ਕੇ ਜਿੰਨੀ ਮਾਇਆ ਬਚ ਜਾਣੀ ਆਖਣਾ ਲੰਗਰ ਵਿੱਚ ਹੀ ਮਾਇਆ ਵੰਡਦੇ। ਮਹਾਰਾਜ ਗੁਰੂ ਅੰਗਦ ਸਾਹਿਬ ਜੀਆਂ ਦੇ ਕੋਲੋਂ 6 ਕੋਹ ਮਾਇਆ ਦੂਰ ਰਹਿੰਦੀ ਹੈ। ਪਾਤਸ਼ਾਹ ਮਾਇਆ ਨੂੰ ਅੰਗੀਕਾਰ ਨਹੀਂ ਕਰਦੇ। ਆਉਂਦੀ ਬੜੀ ਹੈ ਮਹਾਰਾਜ ਦੇ ਕੋਲ ਪਰ ਅੰਗੀਕਾਰ ਨਹੀਂ ਆਪਣੇ ਕਰਦੇ। ਸੰਗਤ ਵਿੱਚ ਹੀ ਕਹਿੰਦੇ ਵੰਡ ਦਿਆ ਕਰੋ ਭਾਈ। ਜਿੱਥੇ ਪ੍ਰਸ਼ਾਦਾ ਲੋਕ ਛਕਣ ਆਉਂਦੇ ਨੇ, ਖੀਰ ਖਾਣ ਵਾਸਤੇ ਆਉਂਦੇ, ਉੱਥੇ ਮਾਇਆ ਵੀ ਵੰਡ ਦਿਆ ਕਰੋ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਤੁਹਾਡੇ ਲੰਗਰ ਦੇ ਵਿੱਚ ਜਿੱਥੇ ਖੀਰ ਵੰਡੀ ਜਾਂਦੀ ਹੈ ਉੱਥੇ ਮਾਇਆ ਵੀ ਵੰਡੀ ਜਾਂਦੀ, ਦੌਲਤ ਵੀ ਵੰਡੀ ਜਾਂਦੀ ਹੈ। ਲੰਗਰ ਦੌਲਤ ਵੰਡੀ ਹੈ, ਦੌਲਤ ਮਾਇਆ ਪੈਸਾ। ਤੁਹਾਡੇ ਲੰਗਰ ਦੇ ਵਿੱਚ ਮਹਾਰਾਜ ਤੁਹਾਡੇ ਘਰ ਦੇ ਵਿੱਚ ਜਿੱਥੇ ਰਾਸ਼ਨ ਵੰਡਿਆ ਜਾਂਦਾ, ਭੋਜਨ ਛਕਾਇਆ ਜਾਂਦਾ, ਉੱਥੇ ਨਾਲ ਦੌਲਤ ਕਹੀਏ ਮਾਇਆ ਵੀ ਵੰਡੀ ਜਾਂਦੀ ਹੈ। ਰਸ ਅੰਮ੍ਰਿਤ ਖੀਰ ਘਿਆਲੀ। ਤੇ ਆਪ ਜੀ ਦੇ ਲੰਗਰ ਦੇ ਵਿੱਚ ਇਹ ਜਿਹੜੀ ਘਿਆਲੀ ਕਹੀਏ ਘਿਓ ਵਾਲੀ ਖੀਰ ਜਿਹੜੀ ਹੈ ਮਹਾਰਾਜ ਉਹ ਵੰਡੀ ਜਾਂਦੀ ਹੈ। ਐਸੇ ਆਪ ਜੀ ਦੀ ਲੰਗਰ ਦੀ ਸੇਵਾ ਜਿਹੜੀ ਹੈ ਨਾ ਗੁਰਮੁਖੋ ਇਹ ਮਾਤਾ ਖੀਵੀ ਜੀ ਆਪ ਕਰਦੇ ਸਨ, ਤਾਂ ਉਹਨਾਂ ਦਾ ਨਾਮ ਆਇਆ। ਸਾਰਾ ਦਿਨ ਖੀਰ ਬਣਾਉਂਦੇ ਰਹਿਣਾ, ਵੱਡੇ ਵੱਡੇ ਦੇਗਚਿਆਂ ਦੇ ਵਿੱਚ ਖੁਰਪਾ ਫੇਰਦੇ ਰਹਿਣਾ, ਫਿਰ ਘਿਓ ਨੂੰ ਬਣਾਉਣਾ, ਫਿਰ ਖੀਰ ਵਿੱਚ ਪਾਉਣਾ, ਫਿਰ ਆਪ ਜਾ ਕੇ ਸੰਗਤਾਂ ਨੂੰ ਡੋਰੀ ਦੇ ਨਾਲ ਖੀਰ ਵਰਤਾਇਆ ਕਰਨੀ। ਐਸੀ ਸੇਵਾ ਮਾਤਾ ਖੀਵੀ ਜੀ ਨੇ ਕੀਤੀ ਹੈ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸੁਪਤਨੀ ਸਨ। ਸੋ ਉੱਥੇ ਇਹਨਾਂ ਦਾ ਬਚਨ ਆ ਗਿਆ, ਕਹਿਣ ਲੱਗੇ ਪਾਤਸ਼ਾਹ ਐਸੀ ਸੇਵਾ ਜਿਹੜੀ ਹੈ ਤੁਹਾਡੇ ਪਰਿਵਾਰ ਦੇ ਵਿੱਚੋਂ ਹੋ ਰਹੀ ਹੈ। ਗੁਰ ਸਿੱਖਾਂ ਕੇ ਮੁਖ ਉਜਲੇ। ਸੋ ਉਸੇ ਪੰਕਤੀ ਨੂੰ ਫਿਰ ਪੜ੍ਹਨਾ ਕਰੋ। ਲੰਗਰ ਦੌਲਤ ਵੰਡੀਆ। ਸਤਿਗੁਰੂ ਜੀ ਇਹ ਲੰਗਰ ਕੀ ਹੈ? ਇਹ ਜੋ ਤੁਹਾਡੀ ਸਤ ਸੰਗਤ ਹੈ ਜਿੱਥੇ ਆਪਾਂ ਬੈਠੇ ਹਾਂ ਗੁਰਮੁਖੋ ਇਹ ਵੀ ਮਹਾਰਾਜ ਦਾ ਲੰਗਰ ਹੀ ਹੈ। ਪਰ ਇੱਥੇ ਲੰਗਰ ਕਿਹੜਾ ਵਰਤਿਆ ਜਾ ਰਿਹਾ ਹੈ? ਇੱਥੇ ਨਾਮ ਰੂਪੀ ਅੰਮ੍ਰਿਤ ਵੰਡਿਆ ਜਾ ਰਿਹਾ ਹੈ। ਜਿੰਨੇ ਆਪਾਂ ਬੈਠੇ ਹਾਂ ਸਾਡੀਆਂ ਝੋਲੀਆਂ ਭਰਦੀਆਂ ਪਈਆਂ ਗੁਰੂ ਦਰਬਾਰ ਵਿੱਚ ਬੈਠ ਕੇ, ਕਿਉਂਕਿ ਗੁਰੂ ਪਾਤਸ਼ਾਹ ਦੀ ਸਿਫਤ ਸੁਣਦੇ ਪਏ ਨਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਗੁਰਬਾਣੀ ਦਾ ਬਚਨ ਹੈ, ਜਿਹਨੂੰ ਸਿਫਤ ਬਖਸ਼ਿਸ਼ ਕਰ ਦਿੰਦੇ ਹੋ ਉਹ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਜਿੰਨੇ ਆਪ ਸੰਗਤ ਵਿੱਚ ਬੈਠੇ ਹੋ ਇਹ ਮਹਾਰਾਜ ਦਾ ਲੰਗਰ ਹੀ ਹੈ। ਸੰਗਤ ਵਿੱਚ ਬੈਠਣਾ, ਇਹਦੇ ਵਿੱਚ ਮਹਾਰਾਜ ਸਾਹਿਬ ਦੀ ਦੌਲਤ ਕਿਹੜੀ ਵੰਡਦੇ ਪਏ? ਨਾਮ ਦੀ ਦੌਲਤ ਵੰਡਦੇ ਪਏ। ਤੁਸੀਂ ਕਥਾ ਸੁਣਦੇ ਪਏ ਹੋ, ਕੀਰਤਨ ਸੁਣਦੇ ਪਏ ਹੋ, ਗੁਰਬਾਣੀ ਸੁਣਦੇ ਪਏ ਹੋ,
ਤੁਹਾਡੇ ਧਿਆਨ ਖਡੂਰ ਸਾਹਿਬ ਪਹੁੰਚੇ ਹੋਏ ਨੇ। ਗੁਰੂ ਅੰਗਦ ਸਾਹਿਬ ਦੀ ਸੇਵਾ ਤੁਹਾਡੇ ਮਨ ਵਿੱਚ ਵਸੀ ਹੋਈ ਹੈ। ਮਾਤਾ ਖੀਵੀ ਜੀ ਦਾ ਧਿਆਨ ਤੁਹਾਡੇ ਮਨਾਂ ਦੇ ਵਿੱਚ ਆਇਆ ਹੋਇਆ ਵੀ ਉਹ ਕਿਸ ਤਰ੍ਹਾਂ ਸੇਵਾ ਕਰਦੇ ਸਨ। ਸੋ ਇਹ ਸਾਰੀਆਂ ਦਾਤਾਂ ਜਿਹੜੀਆਂ ਨੇ ਇਹ ਪਾਤਸ਼ਾਹ ਜੀ ਇੱਥੇ ਵੰਡਦੇ ਪਏ ਸੰਗਤ ਵਿੱਚ। ਸਾਡੇ ਧਿਆਨ ਹੀ ਆਪਣੇ ਕੋਲ ਲੈ ਗਏ ਆਪਣੀ ਧਰਤੀ 'ਤੇ। ਸਾਨੂੰ ਉਸੇ ਤਰ੍ਹਾਂ ਹੀ ਬੈਠਿਆਂ ਫਿਰ ਆਨੰਦ ਆਉਂਦਾ ਵੀ ਖਡੂਰ ਸਾਹਿਬ ਮਹਾਰਾਜ ਇਸ ਤਰ੍ਹਾਂ ਕਰਦੇ ਹੋਣਗੇ, ਮਾਤਾ ਜੀ ਇਸ ਤਰ੍ਹਾਂ ਸੇਵਾ ਕਰਦੇ ਹੋਣਗੇ, ਸੰਗਤਾਂ ਇਸ ਤਰ੍ਹਾਂ ਛਕਦੀਆਂ ਹੋਣਗੀਆਂ। ਇਹ ਪਾਤਸ਼ਾਹ ਜੀ ਜਿਹੜੀ ਤੁਹਾਡੀ ਸਤ ਸੰਗਤ ਹੈ ਨਾ, ਇਹਦੇ ਵਿੱਚ ਇਹ ਦੌਲਤ ਵੰਡੀ ਜਾ ਰਹੀ ਹੈ। ਨਾਮ ਰੂਪੀ ਦੌਲਤ ਆਪ ਜੀ ਵੰਡਦੇ ਹੋ। ਰਸ ਅੰਮ੍ਰਿਤ ਖੀਰ ਘਿਆਲੀ। ਰਸ ਕੀ ਹੈ? ਗੁਰਮੁਖੋ ਗਿਆਨ। ਸੰਗਤ ਵਿੱਚੋਂ ਕੀ ਮਿਲਦਾ ਹੈ? ਸੰਗਤ ਵਿੱਚੋਂ ਗਿਆਨ ਮਿਲਦਾ ਹੈ। ਇੱਥੇ ਬੈਠ ਕੇ ਕੀ ਵੰਡਿਆ ਜਾ ਰਿਹਾ ਹੈ? ਇੱਥੇ ਬੈਠ ਕੇ ਨਾਮ ਵੰਡਿਆ ਜਾ ਰਿਹਾ। ਨਾਮ ਦੇ ਵਿੱਚੋਂ ਸਾਨੂੰ ਕੀ ਮਿਲੇਗਾ? ਨਾਮ ਦੇ ਵਿੱਚੋਂ ਸਾਨੂੰ ਗਿਆਨ ਮਿਲੇਗਾ। ਇਹ ਗਿਆਨ ਦੀ ਦਾਤ ਲੈਂਦੇ ਪਏ। ਖੀਰ ਤੋਂ ਭਾਵ ਹੈ ਗੁਰਮੁਖੋ ਭਗਤੀ। ਇੱਥੇ ਬੈਠ ਕੇ ਅਸੀਂ ਭਗਤੀ ਕਰਦੇ ਪਏ ਹਾਂ। ਜੇ ਅਸੀਂ 1 ਘੰਟਾ ਸੰਗਤ ਵਿੱਚ ਬੈਠੇ ਹਾਂ ਨਾ, ਸਾਨੂੰ ਇਸ 1 ਘੰਟੇ ਦਾ ਇੰਨਾ ਵੱਡਾ ਫਲ ਮਿਲੇਗਾ ਜਿਹੜਾ ਅਸੀਂ ਸੋਚਿਆ ਨਹੀਂ। ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜਾ ਸੰਗਤ ਵਿੱਚ ਬੈਠ ਕੇ ਅਸੀਂ ਇਹ ਨਾਮ ਸੁਣਿਆ ਨਾ, ਬਾਣੀ ਸੁਣੀ ਹੈ, ਇਹਦਾ ਮਹਾਤਮ, ਇਹਦਾ ਫਲ ਇੰਨਾ ਵੱਡਾ ਵੀ ਕੋਈ ਦੇ ਨਹੀਂ ਸਕੇਗਾ। ਏਡੀ ਵੱਡੀ ਦਾਤ ਇਹ ਖੀਰ ਕਹੀ ਹੈ ਜਿਹੜੀ ਭਗਤੀ ਅਸੀਂ ਕਰਦੇ ਪਏ ਹਾਂ। ਇਹ ਵੀ ਗੁਰੂ ਪਾਤਸ਼ਾਹ ਤੁਹਾਡੇ ਦਰਬਾਰ ਵਿੱਚ ਵੰਡੀ ਜਾ ਰਹੀ। ਸਿੱਖਾਂ ਨੂੰ ਆਪ ਭਗਤੀ ਬਖਸ਼ਿਸ਼ ਕਰਦੇ ਪਏ ਹੋ। ਇਹਦੇ ਨਾਲ ਗੁਰਮੁਖੋ ਘਿਓ ਕੀ ਹੈ? ਘਿਓ ਹੈ ਪ੍ਰੇਮ। ਸੰਗਤ ਵਿੱਚ ਬੈਠ ਕੇ ਪ੍ਰੇਮ ਪੈਦਾ ਹੁੰਦਾ ਹੈ। ਜਿਹੜੀ ਸਾਡੇ ਮਨਾਂ ਵਿੱਚ ਨਫ਼ਰਤ ਹੈ ਨਾ, ਈਰਖਾ ਹੈ ਨਾ, ਦਵੈਸ਼ ਹੈ, ਸੰਗਤ ਵਿੱਚ ਆ ਕੇ ਨਫ਼ਰਤ ਬਦਲ ਜਾਂਦੀ ਹੈ। ਸੰਗਤ ਵਿੱਚ ਆ ਕੇ ਈਰਖਾ ਬਦਲ ਜਾਂਦੀ ਹੈ। ਇੱਥੇ ਆ ਕੇ ਪ੍ਰੇਮ ਪੈਦਾ ਹੋ ਜਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨੂੰ ਪ੍ਰਮਾਤਮਾ ਮਿਲ ਜਾਂਦਾ ਹੈ। ਐਸੀ ਦਾਤ ਮਹਾਰਾਜ ਸਾਹਿਬ ਜੀ ਆਪ ਬਖਸ਼ਿਸ਼ ਕਰਦੇ ਪਏ। ਇਹ ਤੁਹਾਡੀ ਸਤ ਸੰਗਤ ਜਿਹੜੀ ਹੈ ਇਹ ਵੀ ਤੁਹਾਡਾ ਲੰਗਰ ਹੀ ਹੈ। ਮਹਾਰਾਜ ਇੱਥੇ ਨਾਮ ਰੂਪੀ ਦੌਲਤ ਵੰਡਦੇ ਪਏ ਹੋ। ਇੱਥੇ ਗਿਆਨ ਆਪ ਬਖਸ਼ਿਸ਼ ਕਰਦੇ ਪਏ ਹੋ। ਸੰਗਤ ਵਿੱਚ ਭਗਤੀ ਬਖਸ਼ਿਸ਼ ਕਰਦੇ ਪਏ ਹੋ। ਸੰਗਤ ਵਿੱਚ ਪ੍ਰੇਮ ਬਖਸ਼ਿਸ਼ ਕਰਦੇ ਪਏ ਹੋ। ਇਹ ਸਾਰੀਆਂ ਦਾਤਾਂ ਆਪ ਵੰਡਦੇ ਪਏ ਹੋ। ਗੁਰਸਿੱਖਾਂ ਕੇ ਮੁਖ ਉਜਲੇ। ਜਿਹੜੇ ਤੁਹਾਡੇ ਸਿੱਖ ਹਨ, ਜਿਹੜਾ ਗੁਰੂ ਦਾ ਬਣਿਆ, ਜਿਹੜਾ ਗੁਰੂ ਦਾ ਬਣ ਗਿਆ ਉਹ ਗੁਰੂ ਦਾ ਸਿੱਖ ਹੋ ਗਿਆ। ਜਿਹੜਾ ਗੁਰੂ ਦਾ ਸਿੱਖ ਬਣ ਗਿਆ ਉਹਨਾਂ ਦੇ ਮੁਖ ਉਜਲੇ ਹੁੰਦੇ। ਐਸ ਲੋਕ ਦੇ ਵਿੱਚ ਵੀ ਮੁਖ ਉਜਲਾ ਗੁਰੂ ਦੇ ਸਿੱਖ ਦਾ, ਪਰ ਹੋਵੇ ਗੁਰੂ ਕਾ ਸਿੱਖ। ਅਤੇ ਪ੍ਰਲੋਕ ਦੇ ਵਿੱਚ ਵੀ ਉਹਦਾ ਮੁਖ ਉਜਲਾ ਹੁੰਦਾ ਹੈ। ਸੋ ਐਸੀ ਦਾਤ ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਹਨਾਂ ਦੇ ਮੁਖ ਉਜਲੇ ਨੇ? ਜਿਨੀ ਨਾਮ ਧਿਆਇਆ। ਜਿਨ੍ਹਾਂ ਨੇ ਨਾਮ ਧਿਆਇਆ ਹੈ ਨਾ, ਉਹਨਾਂ ਦੇ ਮੁਖ ਉਜਲੇ ਲੋਕ ਪਰਲੋਕ ਦੇ ਵਿੱਚ। ਉਹਨਾਂ ਦੀ ਸੰਗਤ ਕਰਨ ਵਾਲਿਆਂ ਦੇ ਵੀ ਨਾਲ ਮੁਖ ਉਜਲੇ ਹੋ ਜਾਂਦੇ। ਐਸੀ ਦਾਤ ਹੈ। ਜਿਵੇਂ ਗੁਰਮੁਖੋ ਡਰਾਈਵਰ ਗੱਡੀ ਚਲਾਉਂਦਾ, ਪਾਇਲਟ ਜਹਾਜ਼ ਚਲਾਉਂਦਾ, ਚਲਾਉਣ ਵਾਲਾ ਇੱਕ ਹੀ ਹੈ, ਪਰ ਜਿੰਨੇ ਉਹਦੇ ਵਿੱਚ ਬੈਠ ਗਏ ਉਹ ਸਾਰੇ ਹੀ ਮੰਜ਼ਿਲ 'ਤੇ ਪਹੁੰਚ ਜਾਂਦੇ ਆ। ਇਸ ਤਰ੍ਹਾਂ ਭਾਈ ਸਿਫਤ ਤੇ ਇੱਕ ਕਰਦਾ ਹੈ, ਨਾਮ ਤੇ ਇੱਕ ਜਪਦਾ ਹੈ, ਪਰ ਉਹਦੀ ਜਿੰਨੇ ਵੀ ਸੰਗਤ ਕਰਦੇ ਉਹਨਾਂ ਦੇ ਵੀ ਨਾਲ ਹੀ ਮਹਾਰਾਜ ਚੜ੍ਹਦੀ ਕਲਾ ਕਰ ਦਿੰਦੇ, ਉਹਨਾਂ ਨੂੰ ਵੀ ਬਖਸ਼ ਲੈਂਦੇ। ਇਸ ਕਰਕੇ ਬਚਨ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਤਾ ਨਹੀਂ ਕਿੰਨੀ ਕੁ ਨਾਲ ਹੋਰ ਦੁਨੀਆ ਛੁੱਟ ਜਾਣੀ ਹੈ, ਕਿੰਨੇ ਕੁ ਸਾਡੇ ਨਾਲ ਹੋਰ ਵੀ ਤਰ ਜਾਣੇ। ਇਹ ਐਸੀ ਨਾਮ ਦੀ ਦਾਤ ਹੈ। ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖਾਂ ਦੇ ਲੋਕ ਪਰਲੋਕ ਵਿੱਚ ਮੁਖ ਉਜਲੇ ਹੁੰਦੇ ਹਨ। ਮਨਮੁਖ ਥੀਏ ਪਰਾਲੀ। ਪਰ ਜਿਹੜੇ ਮਨਮੁਖ ਨੇ ਉਹ ਹੋ ਜਾਣਗੇ ਪਰਾਲੀ ਵਰਗੇ। ਪਰਾਲੀ ਤੋਂ ਭਾਵ ਉਹਨਾਂ ਦੇ ਮੂੰਹ ਹੀ ਪੀਲੇ ਪੈ ਜਾਣਗੇ। ਜਿਵੇਂ ਪਰਾਲੀ ਪੀਲੇ ਰੰਗ ਦੀ ਹੈ ਨਾ, ਮਨਮੁਖ ਜਿਹੜੇ ਨੇ ਇੱਥੇ ਪਾਪ ਕਰ ਕਰਕੇ, ਮਾਰਾਂ ਖਾ ਖਾ ਕੇ ਇੱਥੇ ਵੀ ਰੰਗ ਉਹਨਾਂ ਦੇ ਉੱਡੇ ਰਹਿਣੇ। ਜਦੋਂ ਪਰਲੋਕ ਦੇ ਵਿੱਚ ਮਾਰ ਪੈਣੀ ਉੱਥੇ ਵੀ ਉਹਨਾਂ ਦੇ ਐਸੀ ਹਾਲਤ ਹੋ ਜਾਣੀ ਹੈ, ਪੀਲੇ ਹੀ ਪੈ ਜਾਣਗੇ। ਮਨਮੁਖ ਥੀਏ ਪਰਾਲੀ। ਮਨਮੁਖ ਜਿਹੜੇ ਨੇ ਉਹ ਪਰਾਲੀ ਵਾਂਗ ਪੀਲੇ ਹੋ ਜਾਂਦੇ। ਐਸੀ ਹਾਲਤ ਹੁੰਦੀ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਜਿਵੇਂ ਪਰਾਲੀ ਖਾਲੀ ਹੁੰਦੀ ਹੈ ਨਾ, ਪਰਾਲੀ ਵਿੱਚ ਕੁਝ ਨਹੀਂ ਹੁੰਦਾ। ਝੋਨਾ ਝਾੜ ਲਿਆ ਜਾਂਦਾ, ਦਾਣੇ ਝਾੜ ਲਿਆ ਜਾਂਦੇ, ਮੁੜ ਕੇ ਇਕੱਲਾ ਪਰਾਲੀ ਰਹਿ ਜਾਂਦੀ ਹੈ। ਕਹਿਣ ਲੱਗੇ ਮਨਮੁਖ ਜਿਹੜੇ ਨੇ ਉਹਨਾਂ ਕੋਲ ਨਾ ਕੋਈ ਸਤ ਹੈ, ਨਾ ਕੋਈ ਸੰਤੋਖ ਹੈ, ਨਾ ਕੋਈ ਦਇਆ ਹੈ, ਨਾ ਕੋਈ ਧਰਮ ਹੈ। ਇਹ ਸ਼ੁਭ ਗੁਣ ਤੇ ਉਹਨਾਂ ਨੇ ਆਪਣੇ ਸਾਰੇ ਝਾੜ ਹੀ ਲੈ, ਖਤਮ ਹੀ ਕਰ ਲੈ। ਪਰਾਲੀ ਦੇ ਵਾਂਗ ਨਿਕੰਮੇ ਹੀ ਰਹਿ ਗਏ। ਉਹਨਾਂ ਦਾ ਮੁੱਲ ਹੀ ਕੋਈ ਨਹੀਂ ਪੈਣਾ ਲੋਕ ਪਰਲੋਕ ਦੇ ਵਿੱਚ।
ਜਿਵੇਂ ਪਰਾਲੀ ਖਾਲੀ ਚਲੇ ਜਾਂਦੀ ਹੈ, ਇਸ ਤਰ੍ਹਾਂ ਮਨਮੁਖ ਜਿਹੜੇ ਨੇ ਪਰਾਲੀ ਦੇ ਵਾਂਗ ਖਾਲੀ ਰਹਿ ਜਾਂਦੇ ਹਨ। ਪਏ ਕਬੂਲ ਕਸਮ ਨਾਲ ਜਾਂ ਘਾਲ ਮਾਦੀ ਘਾਲੀ। ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪ ਜੀਆਂ ਨੇ ਮਰਦਾਂ ਵਾਲੀ ਘਾਲ ਕਮਾਈ ਕੀਤੀ ਹੈ, ਮਰਦਾਂ ਵਾਲੀ। ਤੁਹਾਡੇ ਵਰਗੀ ਘਾਲ ਕਮਾਈ ਕਰ ਕੋਈ ਨਹੀਂ ਸਕਦਾ ਹੈ। ਗੁਰੂ ਅੰਗਦ ਸਾਹਿਬ ਦੀਆਂ ਸਾਖੀਆਂ ਆਪਾਂ ਸਾਰੀਆਂ ਹੀ ਸਰਵਣ ਕਰ ਲਈਆਂ ਨਾ। ਉਹਦੇ ਵਿੱਚ ਬਚਨ ਇੱਕ ਸਰਵਣ ਕੀਤਾ ਸੀ, ਮਹਾਰਾਜ ਨੇ ਆਖਿਆ ਮੁਰਦਾ ਖਾ ਲਓ ਭਾਈ ਲਹਿਣਾ ਜੀ। ਇਹ ਗੁਰਮੁਖੋ ਮਰਦਾਂ ਵਾਲੀ ਘਾਲ ਹੈ। ਕਿਹੜਾ ਮੁਰਦੇ ਨੂੰ ਸਾਡਾ ਕੋਈ ਆਪਣਾ ਖਾਸ ਸਕਾ ਰਿਸ਼ਤੇਦਾਰ, ਕੋਈ ਭੈਣ ਭਰਾਈ ਪੂਰਾ ਹੋ ਜਾਵੇ ਨਾ, ਤੇ ਅਸੀਂ ਡਰਦਿਆਂ ਡਰਦਿਆਂ ਜਾ ਕੇ ਉਹਦਾ ਇਸ਼ਨਾਨ ਕਰਾਈਦਾ। ਤੇ ਜੇ ਥੋੜਾ ਜਿਹਾ ਦੂਰ ਦਾ ਹੋਵੇ ਫਿਰ ਤੇ ਨੇੜੇ ਹੀ ਨਹੀਂ ਜਾਈਦਾ, ਦੂਰ ਖੜੇ ਰਹੀਦਾ ਹੈ ਵੀ ਚਲੋ ਆਪੇ ਇਹਨਾਂ ਨੇ ਕਰਵਾ ਹੀ ਲੈਣਾ। ਤੇ ਜੇ ਸਾਡਾ ਕਿਤੇ ਹੱਥ ਲੱਗ ਵੀ ਜਾਵੇ ਨਾ, ਤੇ ਅਸੀਂ ਫਿਰ ਘਰੇ ਆ ਕੇ ਨਹਾਈ ਧੋਈਦਾ ਵੀ ਕਿਤੇ ਸਾਨੂੰ ਮੁਰਦਾ ਚੰਬੜੀ ਨਾ ਜਾਵੇ। ਇਹ ਸਾਡੀ ਹਾਲਤ ਹੈ। ਮੁਰਦੇ ਨੂੰ ਹੱਥ ਲਾਉਣਾ ਸਾਨੂੰ ਪਸੰਦ ਨਹੀਂ ਹੈ, ਪਰ ਗੁਰੂ ਅੰਗਦ ਸਾਹਿਬ ਨੂੰ ਬਚਨ ਹੋ ਗਿਆ ਮੁਰਦਾ ਖਾ ਹੀ ਲਵੋ। ਤੇ ਮਹਾਰਾਜ ਉਸੇ ਵੇਲੇ ਹੀ ਬੈਠ ਗਏ। ਸਤਿਗੁਰੂ ਹੁਕਮ ਕਰੋ ਕਿਹੜੇ ਪਾਸਿਓਂ ਖਾ ਲਈਏ। ਇਹ ਜਿਹੜਾ ਆਪ ਜੀ ਨੇ ਹੁਕਮ ਮੰਨਿਆ ਮਹਾਰਾਜ, ਇਹ ਮਰਦਾਂ ਵਾਲੀ ਘਾਲ ਹੈ। ਇਸ ਘਾਲ ਨੂੰ ਕੋਈ ਕਮਾ ਨਹੀਂ ਸਕਦਾ ਹੈ। ਗੱਲ ਕਹਿਣੀ ਬੜੀ ਸੌਖੀ ਹੈ, ਮੈਂ ਗੱਲ ਕਰਦਾ ਪਿਆ ਤੁਸੀਂ ਸੁਣਦੇ ਪਏ, ਸਾਨੂੰ ਆਨੰਦ ਆ ਰਿਹਾ, ਪਰ ਜੇ ਕਰਨਾ ਪਵੇ ਬੜਾ ਔਖਾ ਹੈ। ਪਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਘਾਲ ਮਰਦੀ ਘਾਲੀ, ਇਹ ਆਪ ਜੀ ਨੇ ਮਰਦਾਂ ਵਾਲੀ ਘਾਲ ਜਿਹੜੀ ਹੈ ਉਹ ਘਾਲੀ ਹੈ। ਤੇ ਜਦੋਂ ਇਹ ਘਾਲ ਆਪ ਜੀਆਂ ਨੇ ਘਾਲੀ ਹੈ ਨਾ, ਤੇ ਪੈ ਖਸਮ ਭੈ ਕਬੂਲ ਖਸਮ ਨਾਲ, ਫਿਰ ਜਿਹੜੇ ਖਸਮ ਨੇ ਨਾ ਗੁਰੂ ਨਾਨਕ ਦੇ ਪਾਤਸ਼ਾਹ ਜੀ, ਉਹਨਾਂ ਦੇ ਨਾਲ ਫਿਰ ਤੁਸੀਂ ਵੀ ਕਬੂਲ ਹੋ ਗਏ, ਉਹਨਾਂ ਦੇ ਵਰਗੇ ਹੀ ਬਣ ਗਏ। ਹੁਣ ਗੁਰੂ ਨਾਨਕ ਦੇ ਪਾਤਸ਼ਾਹ ਵਿੱਚ ਤੇ ਗੁਰੂ ਅੰਗਦ ਦੇ ਮਹਾਰਾਜ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ। ਬੋਲੇ ਸੋ ਨਿਹਾਲ। ਕਿਉਂਕਿ ਤੁਸੀਂ ਮਰਦਾਂ ਵਾਲੀ ਘਾਲ ਘਾਲ ਕੇ ਮੁਰਦਾ ਖਾਨ ਰੂਪੀ ਬਚਨ ਮੰਨਿਆ। ਗੁਰੂ ਨਾਨਕ ਦੇ ਪਾਤਸ਼ਾਹ ਨੇ ਤੁਹਾਨੂੰ ਆਪਣੇ ਗਲ ਦੇ ਨਾਲ ਲਾ ਕੇ ਆਖਿਆ, ਕਹਿਣ ਲੱਗੇ ਭਾਈ ਲਹਿਣਿਆ ਅੱਜ ਤੋਂ ਬਾਅਦ ਲਹਿਣਾ ਨਹੀਂ, ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਬਣ ਗਏ ਹੋ, ਆਪਣੇ ਅੰਗਾਂ ਨਾਲ ਲਾ ਕੇ। ਇਸ ਕਰਕੇ ਬਚਨ ਆ ਗਿਆ ਭੈ ਕਬੂਲ ਖਸਮ ਨਾਲ। ਜਿਹੜੇ ਖਸਮ ਨੇ, ਮਾਲਕ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ, ਉਹਨਾਂ ਦੇ ਨਾਲ ਲੱਗਣ ਕਰਕੇ ਆਪ ਵੀ ਕਬੂਲ ਹੋ ਗਏ ਹੋ, ਪ੍ਰਮਾਣ ਹੋ ਗਏ ਹੋ, ਉਹਨਾਂ ਵਰਗੇ ਹੀ ਬਣ ਗਏ ਹੋ। ਜਾਂ ਘਾਲ ਮਾਦੀ ਘਾਲੀ। ਆਪ ਜੀ ਨੇ ਐਸੀ ਮਰਦਾਂ ਵਾਲੀ ਜਿਹੜੀ ਘਾਲ ਹੈ ਉਹ ਘਾਲੀ ਹੈ। ਇਸ ਤਰ੍ਹਾਂ ਦੀ ਆਪ ਜੀ ਨੇ ਕਰੜੀ ਸੇਵਾ ਜਾਂ ਕਹਿ ਲਈਏ ਕਠਿਨ ਸੇਵਾ ਇਹ ਕੀਤੀ ਹੈ। ਜ਼ਰੂਰੀ ਇਹ ਨਹੀਂ ਹੁੰਦਾ ਕਿ ਜਿਹੜੀ ਬਹੁਤੀ ਜ਼ੋਰ ਲਾ ਕੇ ਸੇਵਾ ਕੀਤੀ ਜਾਵੇ ਵੀ ਉਹੀ ਪ੍ਰਵਾਨ ਹੈ। ਸਭ ਤੋਂ ਵੱਡੀ ਸੇਵਾ ਹੁੰਦੀ ਹੈ ਬਚਨ ਮੰਨਣਾ। ਇਹ ਬਚਨ ਮੰਨਿਆ ਮਹਾਰਾਜ ਸਾਹਿਬ ਜੀਆਂ ਨੇ। ਮੁਰਦਾ ਚੁੱਕਣ ਵਾਸਤੇ ਨਹੀਂ ਆਖਿਆ ਵੀ ਮੁਰਦਾ ਚੁੱਕ ਲਓ, ਫਿਰ ਤੇ ਆਪ ਆਖੀਏ ਵੀ ਜ਼ੋਰ ਵਾਲਾ ਕੰਮ ਦੱਸਿਆ ਨਹੀਂ, ਮੁਰਦਾ ਖਾ ਲਵੋ। ਪਰ ਆਪ ਜੀ ਨੇ ਉਹ ਬਚਨ ਉਸੇ ਵੇਲੇ ਹੀ ਮੰਨਣ ਵਾਸਤੇ ਬੈਠ ਗਏ। ਇਹ ਆਪ ਜੀ ਨੇ ਵੱਡੀ ਘਾਲ ਘਾਲੀ ਹੈ। ਮਾਤਾ ਖੀਵੀ ਸੌ ਸੋਏ। ਜਿਹੜੇ ਮਾਤਾ ਖੀਵੀ ਜੀ ਹਨ, ਉਹਨਾਂ ਦੇ ਸਹੁ ਜਿਹੜੇ ਪਤੀ ਹਨ ਉਹ ਹਨ ਗੁਰੂ ਅੰਗਦ ਦੇ ਪਾਤਸ਼ਾਹ ਜੀ। ਇਹ ਭਾਈ ਬਲਵੰਡ ਜੀ ਕਹਿ ਰਹੇ ਨੇ, ਕਹਿਣ ਲੱਗੇ ਮਾਤਾ ਖੀਵੀ ਜੀ ਉਹਨਾਂ ਦੇ ਪਤੀ ਜਿਹੜੇ ਹਨ, ਸੋ ਜਿਨ੍ਹਾਂ ਦਾ ਨਾਮ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੈ। ਜਿਨ ਗੋਏ ਉਠਾਲੀ। ਉਹਨਾਂ ਨੇ ਸੰਸਾਰ ਦੀ ਗੋਏ ਕਹੀਏ ਜਿਹੜੀ ਬਾਜੀ ਮਰਿਆਦਾ ਹੈ ਆਪਣੇ ਮੋਢਿਆਂ ਤੇ ਚੁੱਕ ਲਈ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਦਿਆਂ ਬਚਨ ਆਖਿਆ, ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਅੱਜ ਤੋਂ ਬਾਅਦ ਸਾਰੇ ਸੰਸਾਰ ਦੀ ਮਰਿਆਦਾ ਅਸੀਂ ਤੁਹਾਡੇ ਹੱਥ ਵਿੱਚ ਦੇ ਦਿੱਤੀ ਹੈ। ਸਾਰੇ ਸੰਸਾਰ ਦੀ ਮਾਇਆ ਤੁਹਾਡੇ ਹੁਕਮ ਦੇ ਵਿੱਚ ਹੈ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਮਾਤਾ ਖੀਵੀ ਜੀਆਂ ਦੇ ਜਿਹੜੇ ਪਤੀ ਨੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਜਿਨ ਗੋਏ ਉਠਾਲੀ, ਉਹਨਾਂ ਨੇ ਸੰਸਾਰ ਦੀ ਇਹ ਜਿਹੜੀ ਮਰਿਆਦਾ ਹੈ ਇਹ ਆਪਣੇ ਮੋਢਿਆਂ ਤੇ ਚੁੱਕ ਲਈ ਹੈ, ਜ਼ਿੰਮੇਵਾਰੀ ਚੁੱਕ ਲਈ ਹੈ ਸੰਸਾਰ ਦੇ ਭਲਾ ਕਰਨ ਦੀ। ਐਸੀ ਆਪ ਬਖਸ਼ਿਸ਼ ਕਰਨ ਵਾਲੇ ਹੋ। ਸੋ ਇਸ ਤਰ੍ਹਾਂ ਇਹ ਗੁਰੂ ਅੰਗਦ ਦੇ ਪਾਤਸ਼ਾਹ ਔਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਾਂਝੀ ਸਿਫਤ ਦੇ ਬਚਨ ਆਪਾਂ ਸਰਵਣ ਕਰਦੇ ਪਏ ਹਾਂ। ਇੱਕ ਪੌੜੀ ਅਜੇ ਹੋਰ ਬਾਕੀ ਹੈ। ਗੁਰੂ ਨਾਨਕ ਦੇ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ ਸਿਫਤ ਦੀ ਜਿਹੜੀ ਰਲਵੀਂ ਆਵੇਗੀ, ਉਸ ਤੋਂ ਬਾਅਦ ਵਿੱਚ ਫਿਰ ਕੱਲੇ ਕੱਲੇ ਸਤਿਗੁਰਾਂ ਦੀ ਵਡਿਆਈ ਜੋ ਹੈ, ਇਹ ਜਿਹੜੇ ਗੁਰੂ ਕੇ ਕੀਰਤਨੀਏ ਨੇ ਭਾਈ ਸੱਤਾ ਜੀ, ਬਲਵੰਡਾ ਜੀ, ਇਹ ਵਡਿਆਈ ਕਰਕੇ ਆਪਣੇ ਕੋੜ ਦੇ ਰੋਗ ਨੂੰ ਦੂਰ ਕਰਦੇ ਪਏ, ਪੱਕੇ ਹੋਏ ਗਲੇ ਆਪਣੇ ਠੀਕ ਕਰਦੇ ਪਏ। ਇਹ ਐਸੀ ਬਾਣੀ ਹੈ ਜਿਹੜਾ ਇਸ ਬਾਣੀ ਨੂੰ ਅੱਜ ਵੀ ਸੁਣਦਾ ਹੈ,
ਉਹਦੇ ਅੱਜ ਵੀ ਜਿਹੜੇ ਕੁਸ਼ਟ ਦੇ ਕੋੜ੍ਹ ਦੇ ਰੋਗ ਨੇ, ਇਹ ਅੱਜ ਵੀ ਸਤਿਗੁਰਾਂ ਦੀ ਇਹ ਬਾਣੀ ਪੜ੍ਹਨ ਦੇ ਨਾਲ ਇਹ ਰੋਗ ਦੂਰ ਹੋ ਜਾਂਦਾ ਹੈ। ਐਸੀ ਕਿਰਪਾ ਮਹਾਰਾਜ ਵਰਤਾਉਂਦੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਸਹਿਬ ਸਿਓ ਮੇਲ ਪਏ ਕਬੂਲ ਕਸਮ ਨਾਲ ਜਾਂ ਕਾਲ ਮਾਦੀ ਕਾਲੀ, ਮਾਤਾ ਖੀਵੀ ਸਹੁੰ ਸੋਏ ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਐਤਵਾਰ ਤੋਂ ਸਵੇਰ ਦੀ ਕਥਾ ਦਾ ਸਮਾਂ ਥੋੜ੍ਹਾ ਤਬਦੀਲ ਹੋਇਆ ਹੈ। ਸੋ ਸਵੇਰ ਦੀ ਕਥਾ 7 ਵਜੇ ਸ਼ੁਰੂ ਹੋਇਆ ਕਰੇਗੀ ਅਤੇ 7:45 ਵਜੇ ਸਮਾਪਤੀ ਹੋਇਆ ਕਰੇਗੀ, 15 ਮਿੰਟ ਦਾ। ਸੋ ਇਹ ਜੋ ਸਮਾਂ ਹੈ ਇਹਦਾ ਫਰਕ ਪਾਇਆ ਗਿਆ ਹੈ। ਸੋ ਐਤਵਾਰ ਤੋਂ ਆਪ ਸੰਗਤਾਂ ਨੇ ਸਮਾਂ ਨੋਟ ਕਰਕੇ 7 ਤੋਂ 7:45 ਦੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।